ਸਾਡੇ ਨਾਲ ਇੱਕ ਨੌਜਵਾਨ ਮੌਜੂਦ ਆ, ਠੇਕੇ ਤੇ ਵਾਹਨ ਲਿਆ ਸੀ, ਭੈਣ ਦਾ ਵਿਆਹ ਕਰਨ ਵਾਲਾ ਸਾਰੇ ਦਾ ਸਾਰਾ ਨਰਮਾ ਜਿਹੜਾ ਖਰਾਬ ਹੋ ਗਿਆ। ਇਹ ਵਾਹਨ ਅਸੀਂ ਠੇਕੇ ਤੇ ਲੈਤਾ ਸੀਗਾ, ਚਲੋ 3 ਕਿੱਲੇ ਦੇ ਕੇ ਠੇਕੇ 5 ਕਿੱਲੇ ਲੈਤਾ ਸੀਗਾ ਵੀ ਚਲੋ ਕੋਈ 2 ਰੁਪਏ ਨਾਲ ਜੁੜ ਜਾਣਗੇ। ਹੁਣ ਤੁਸੀਂ ਦੇਖ ਲਓ ਜੀ ਆਪ ਹੀ ਆਹ ਮਾੜੇ ਵੀ ਕਰਕੇ ਵੀ ਆਪਣੀ ਹੋਈ ਹਵਾਈ ਫਸਲ ਤੇ ਜਮਾਂ ਪਾਣੀ ਫਿਰ ਗਿਆ। ਤੇ ਹੁਣ ਦੇ ਅਸੀਂ ਇਹ 50,000 ਰੁਪਏ ਨੂੰ ਠੇਕੇ ਤੇ ਲੈ ਕੇ ਵੀ ਚੱਲ ਕੋਈ ਨਾ ਕੋਈ ਮਾੜੀ ਮੋਟੀ ਬਚਤ ਰਹਿ ਜੂਗੀ, ਚੱਲ 2 ਰੁਪਏ ਜੁੜ ਜਾਣਗੇ। ਹੁਣ 5 ਕਿੱਲੇ 2.5 ਲੱਖ ਰੁਪਏ 'ਚ ਪੈ ਗਈ ਸਾਨੂੰ, ਲੱਖ ਉਹ ਪੈ ਗਿਆ ਖਰਚਾ ਜੀ, ਤੁਸੀਂ ਆਪ ਹੀ ਦੇਖ ਲਓ। ਇਹ ਟਿੰਡੇ ਵੀ ਦਿਖਾ ਰਹੇ ਆ, ਤੋੜ ਕੇ ਦਿਖਾ ਦਿਓ ਤੁਸੀਂ ਇੱਕ ਵਾਰੀ ਹਨਾ। ਮਗਰ ਬੂਟੇ ਵੀ ਜਿਹੜੇ ਆ ਲੱਗੇ ਹੋਏ ਆ, ਨਾਲ ਲੈ ਕੇ ਆਏ ਆ ਪੱਟ ਕੇ, ਤੁਸੀਂ ਦੇਖ ਸਕਦੇ ਹੋ ਆ ਟਿੰਡੇ। ਇਹਨਾਂ ਦੇ ਅੰਦਰ ਜਿਹੜੀਆਂ ਗੁਲਾਬੀ ਸੁੰਡੀਆਂ ਪਈਆਂ, ਬਾਹਰੋਂ ਬਹੁਤ ਸੋਹਣੇ ਲੱਗਦੇ ਆ ਬੂਟੇ, 7-7 ਫੁੱਟ ਦਾ ਕੱਦ ਆ, ਨਰਮੇ ਦਾ ਖੇਤ ਖੜੇ ਬਹੁਤ ਸੋਹਣੇ ਲੱਗਦੇ ਆ। ਪਰ ਜਦੋਂ ਅੰਦਰ ਦੇਖਦੇ ਆ ਜਾ ਕੇ, ਤੁਹਾਨੂੰ ਉਹ ਤਸਵੀਰਾਂ ਵੀ ਦਿਖਾਈਆਂ, ਖੇਤਾਂ ਦੇ ਅੰਦਰ ਦੀਆਂ ਤਸਵੀਰਾਂ ਵੀ ਦਿਖਾਈਆਂ। ਕੀ ਲੱਗਦਾ ਜਿਹੜੀਆਂ ਕੰਪਨੀਆਂ ਨੇ ਬੀਜ ਦਿੱਤੇ ਸੀਗੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਕਿਤੇ ਨਾ ਕਿਤੇ ਜਿਹੜੇ ਰਾਸੀ ਬੀ ਆ ਉਹਦੇ ਲੋਕਾਂ ਨੂੰ ਯਕੀਨ ਸੀ, ਵਿਸ਼ਵਾਸ ਸੀ ਵੀ ਹਰ ਸਾਲ ਵਧੀਆ ਹੋ ਜਾਂਦਾ ਯਾਰ ਹਨਾ। ਤੇ ਇੱਕਦਮ ਵਿਸ਼ਵਾਸ ਪੀਕ ਪੁਆਇੰਟ ਤੇ ਲਿਆ ਕੇ ਤਜਾ ਕੇ ਮੰਜੇ ਆ ਬਈ ਕੰਪਨੀ ਦੋਸ਼ੀ ਆ, ਕੰਪਨੀ ਦੇ ਧੌਣ ਤੇ ਗੋਡਾ ਧਰੇ ਸਰਕਾਰ, ਕਿਸਾਨਾਂ ਨੂੰ ਮੁਆਵਜ਼ਾ ਦਵਾ। ਤਾਂ ਆਸ ਹੈਗੀ ਆ ਸਰਕਾਰ ਇਨਸਾਫ ਦਵਾਊਗੀ, ਮੁਆਵਜ਼ਾ ਦਊਗੀ ਸਰਕਾਰ। ਪ੍ਰੋਟੈਸਟ ਕਰ ਰਹੇ ਹੋ ਅੱਜ। ਹੁਣ ਚੰਨੀ ਜੀ ਹੁਣ ਨਵੇਂ ਆਪਣੇ ਮੁੱਖ ਮੰਤਰੀ ਬਣੇ ਨੇ, ਉਹਨਾਂ ਤੋਂ ਸਾਨੂੰ ਆਸ ਹੈ ਵੀ ਉਹਨਾਂ ਨੇ ਕਿਹਾ ਸੀਗਾ ਵੀ ਕਿਸਾਨਾਂ ਲਈ ਗਲ ਕਟਾਵਾਂਗੇ, ਅਸੀਂ ਗਲ ਦੀ ਸਾਨੂੰ ਇਹ ਲੋੜ ਨਹੀਂ, ਸਾਡੀ ਬਾਂਹ ਫੜ ਲੈਣਾ। ਜਿਵੇਂ ਚੰਨੀ ਜੀ ਅਕਸਰ ਹੀ ਕਹਿੰਦੇ ਨਾ, ਮੈਂ ਗਰੀਬੀ ਚੋਂ ਗਿਆ, ਮੇਰੀ ਮਾਂ ਟੋਬੇ 'ਚ ਮਿੱਟੀ ਲੈ ਕੇ ਘਰ ਲਿਪਦੀ ਹੁੰਦੀ ਸੀ ਹਨਾ, ਮੈਂ ਗਰੀਬ ਦਾ ਪੁੱਤ ਸੀ। ਅੱਜ ਟਾਈਮ ਉਹਨਾਂ ਕੋਲੇ ਇਹ ਸਾਬਤ ਕਰਨ ਦਾ, ਪ੍ਰੂਫ ਕਰਨ ਦਾ ਵੀ ਮੈਂ ਵਾਕਈ ਗਰੀਬ ਦਾ ਪੁੱਤ ਆ, ਮੈਂ ਗਰੀਬੀ ਹੰਢਾਈ ਆ ਹਨਾ। ਕਦੇ ਕਿਸਾਨ ਨੂੰ ਸੋਕਾ ਮਾਰ ਜਾਂਦਾ ਹੈ ਤੇ ਕਦੇ ਹੜ ਮਾਰ ਜਾਂਦੇ ਆ, ਕਦੇ ਚਿੱਟੀ ਮੱਖੀ ਦਾ ਹਮਲਾ ਹੋ ਜਾਂਦਾ ਨਰਮੇ ਤੇ ਕਦੇ ਰੇਹਾਂ ਸਪਰੇਆਂ ਮਾੜੀਆਂ ਆ ਜਾਂਦੀਆਂ। ਸਾਡੇ ਸਿਆਸਤਦਾਨਾਂ ਤੇ ਇਲਜ਼ਾਮ ਲੱਗਦੇ ਆ ਕਿ ਆਪਦੇ ਰਿਸ਼ਤੇਦਾਰਾਂ ਦੀਆਂ ਫੈਕਟਰੀਆਂ 'ਚੋਂ ਦਵਾਈਆਂ ਦੇਤੀਆਂ। ਇੱਕ ਵਾਰ ਫਿਰ ਤੋਂ ਨਰਮੇ ਨੂੰ ਗੁਲਾਬੀ ਸੁੰਡੀ ਪਈ ਆ ਤੇ ਨਰਮਾ ਪੱਟੀ ਦਾ ਉਹੀ ਹਾਲ ਆ ਜਿਹੜਾ ਹਾਲ ਇੱਕ ਵਾਰਾਂ 97 ਦੇ ਵਿੱਚ ਸੀ, ਤੇ ਅੱਜ ਤੋਂ 4 ਸਾਲ ਪਹਿਲਾਂ ਵੀ ਇਹੀ ਹਾਲ ਸੀ। ਤੇ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਆ, ਠੇਕੇ ਤੇ ਵਾਹਨ ਲਿਆ ਸੀ, ਭੈਣ ਦਾ ਵਿਆਹ ਕਰਨ ਵਾਲਾ ਸਾਰੇ ਦਾ ਸਾਰਾ ਨਰਮਾ ਜਿਹੜਾ ਖਰਾਬ ਹੋ ਗਿਆ। ਬਾਈ ਨਾਲ ਹੈ, ਨਾਲ ਬਾਈ ਮਾਨ ਬਠਿੰਡੇ ਵਾਲਾ ਹੋਰ ਵੀ ਨੌਜਵਾਨ ਖੜੇ ਆ। ਸਵਾਗਤ ਹੈ ਜੀ ਪਹਿਲਾਂ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਧੰਨਵਾਦ ਵੀਰੇ ਤੁਹਾਡਾ। ਬਾਈ ਪੁੱਤਾਂ ਵਰਗੀ ਫਸਲ ਹੁੰਦੀ ਹੈ ਨਾ ਪਾਲੀ, ਤੇ ਜਦੋਂ ਐਂ ਦੇਖਦੇ ਆ ਹੋਰ ਆਸਾਂ ਮੰਗਾਂ ਵੀ ਹੁੰਦੀਆਂ, ਜਿਵੇਂ ਤੁਸੀਂ ਕਿਹਾ ਵੀ ਭੈਣ ਦਾ ਵਿਆਹ ਕਰਨ ਵਾਲਾ ਸੀ, ਹੋਰ ਬੜੇ ਕਾਰਜ ਹਨਾ ਕਰਨ ਵਾਲੇ ਹੁੰਦੇ ਆ। ਕੀ ਮਹਿਸੂਸ ਹੁੰਦਾ ਜਦੋਂ ਐਂ ਦੇਖਦੇ ਆ? ਬਹੁਤ ਦੁੱਖ ਮਹਿਸੂਸ ਹੋਇਆ ਜੀ, ਬਹੁਤ ਆਸਾਂ ਲੈ ਕੇ ਮੰਨ ਲਓ ਵੀ ਆਪ ਦਾ ਵਾਹਨ ਅਸੀਂ ਠੇਕੇ ਦੇ ਕੇ, ਉਹ ਵਾਹਨ ਦੂਜੇ ਪਾਸੇ ਸਾਈਡ ਤੇ ਬੰਦੇ ਮੋਟਰ ਨਹੀਂ, ਚਲੋ ਠੇਕੇ ਦੇ ਕੇ ਇਹ ਵਾਹਨ ਅਸੀਂ ਠੇਕੇ ਤੇ ਲੈਤਾ ਸੀਗਾ, ਚਲੋ 3 ਕਿੱਲੇ ਦੇ ਕੇ ਠੇਕੇ 5 ਕਿੱਲੇ ਲੈਤਾ ਸੀਗਾ ਵੀ ਚਲੋ ਕੋਈ 2 ਰੁਪਏ ਨਾਲ ਜੁੜ ਜਾਣਗੇ। ਹੁਣ ਤੁਸੀਂ ਦੇਖ ਲਓ ਜੀ ਆਪ ਹੀ ਆਹ ਮਾੜੇ ਵੀ ਕਰਕੇ ਵੀ ਆਪਣੀ ਹੋਈ ਹਵਾਈ ਫਸਲ ਤੇ ਜਮਾਂ ਪਾਣੀ ਫਿਰ ਗਿਆ। ਤੇ ਹੁਣ ਦੇ ਅਸੀਂ ਇਹ 50,000 ਰੁਪਏ ਨੂੰ ਠੇਕੇ ਤੇ ਲੈ ਕੇ ਵੀ ਚੱਲ ਕੋਈ ਨਾ ਕੋਈ ਮਾੜੀ ਮੋਟੀ ਬਚਤ ਰਹਿ ਜੂਗੀ, ਚੱਲ 2 ਰੁਪਏ ਜੁੜ ਜਾਣਗੇ। ਹੁਣ 5 ਕਿੱਲੇ 2.5 ਲੱਖ ਰੁਪਏ 'ਚ ਪੈ ਗਈ ਸਾਨੂੰ, ਲੱਖ ਉਹ ਪੈ ਗਿਆ ਖਰਚਾ ਜੀ, ਤੁਸੀਂ ਆਪ ਹੀ ਦੇਖ ਲਓ। ਜੇ ਹੁਣ ਗਾਹਾਂ ਵਾਲੀ ਫਸਲ ਦੀ ਹੁਣ ਹਜੇ ਟਾਈਮ ਹੈ ਨਹੀਂ, ਜੇ ਕੋਈ ਅਸੀਂ ਮੱਕੀ ਬੀਜਦੇ ਹਾਂ ਗਾਹਾਂ ਮੱਕੀ ਸਾਡੀ ਕੌਣ ਲਊਗਾ, ਜਾਂ ਕੋਈ ਹੋਰ ਫਸਲ ਬੀਜਦੇ ਹਾਂ ਗਾਹਾਂ ਉਹਨੂੰ ਵੀ ਪੈਸੇ ਚਾਹੀਦੇ। ਹੁਣ ਆੜਤਗਾ, ਹੁਣ ਅਸੀਂ ਜੇ ਕੋਈ ਆੜਤਕੇ ਦੇਵਾਂਗੇ ਕੋਈ ਫਸਲ ਫੜਾਵਾਂਗੇ ਉਹਨੂੰ ਤਾਂ ਫੇਰ ਹੀ ਸਾਨੂੰ ਕੁਝ ਦੇ ਰੇ ਸਪਰੇ ਜਾਂ ਕੋਈ ਪੈਸੇ ਦੇਊਗਾ। ਹੁਣ ਆੜਤਗਾ ਵੀ ਹੁਣ ਆੜਤਗਾ ਕੀ ਕਰੂਗਾ ਜੀ, ਨਾ ਅਸੀਂ ਉਹ ਤੋਂ ਮੰਗਣ ਜੋਗ ਰਿਆਂ, ਜੇ ਮੰਗਦੇ ਆ ਗਾਹਾਂ ਉਹ ਸਾਨੂੰ ਕੀ ਦਊਗਾ ਜਦੋਂ ਗਾਹਾਂ ਉਹਨੂੰ ਕੋਈ ਫਸਲ ਹੀ ਨਹੀਂ ਦਿਖਦੀ ਸਾਡੀ। ਇਹਨਾਂ ਦੇ ਪਿੰਡ ਦੇ ਸਰਪੰਚ ਵੀ ਖੜੇ ਆ ਬਾਈ, ਸਾਰੀ ਨਰਮਾ ਬੈਲਟ ਆ, ਨਰਮਾ ਪੱਟੀ ਆ। ਪਿੰਡ ਦੇ ਵਿੱਚ ਹੋਰਾਂ ਦੇ ਵੀ ਲੋਕਾਂ ਦੇ ਨਰਮਾ ਲੱਗਿਆ ਹੋਊਗਾ, ਤੇ ਮਤਲਬ ਸਾਰਾ ਹੀ ਖਰਾਬ ਹੋ ਗਿਆ, ਕੋਈ ਇੱਕ ਕਿਸੇ ਦਾ ਇੱਕ ਖੇਤ ਵੀ ਨਹੀਂ ਬਚਿਆਗਾ। ਹਾਂ ਬਾਈ ਸਾਰੇ ਹੀ ਖਰਾਬ ਹੋ ਗਿਆ ਸੀ, ਸਾਰੇ 2-3 ਦਿਨ ਹੋ ਗਏ, ਸਾਰੇ ਨੇੜੇ ਪਿੰਡਾਂ 'ਚ ਵੀ, ਸਾਡੇ ਪਿੰਡ 'ਚ ਵੀ ਸਾਰੇ ਹੀ ਘਰਾਂ ਦਾ ਪਤਾ ਨਹੀਂ ਕੀ ਬੀਜ ਦੇ ਵਿੱਚ ਹੀ ਹੈ ਪਾਇਆ, ਤੇ ਸਾਰੇ ਹੀ ਨਰਮਾ ਖਰਾਬ ਹੋਇਆ ਪਿੰਡਾਂ 'ਚ। ਵਾਢੇ ਨਾ ਮੰਨ ਲਓ ਸਾਡੇ ਜਿੰਨੇ ਹਲਕੇ ਦੇ 58 ਪਿੰਡ ਆ, ਅਸੀਂ ਮੰਨ ਲਓ 25-30 ਪਿੰਡਾਂ 'ਚ ਜਾ ਕੇ ਆਏ ਆ, ਸਾਰੇ ਇਹ ਹਾਲ ਆ। ਪਹਿਲਾਂ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਜੀ, ਜਦੋਂ ਹੁਣ ਅਸੀਂ ਟਿੰਡੇ ਦੇਖੇ ਪਹਿਲਾਂ ਸਾਨੂੰ ਐ ਸੀ ਟਿੰਡੇ ਪੱਕ ਗਏ, ਪਰ ਹੁਣ ਜਦੋਂ ਟਿੰਡੇ ਦੇਖਿਆ ਹਰ ਇੱਕ ਟਿੰਡੇ ਦੇ ਵਿੱਚ ਸੁੰਡੀ ਫਿਰਦੀ ਹੈ, ਹਰ ਇੱਕ ਟਿੰਡੇ ਦੇ ਵਿੱਚ ਸੁੰਡੀ ਫਿਰਦੀ ਹੈ। ਹੁਣ ਜਿਸ ਤਰੀਕੇ ਦੇ ਨਾਲ ਪਿੰਡਾਂ ਦੀ ਜੇ ਗੱਲ ਕਰ ਲਈਏ, ਅਸੀਂ ਵੀ ਖੇਤਾਂ ਜਾ ਕੇ ਆਏ ਆ, ਟਿੰਡੇ ਵੀ ਦਿਖਾ ਰਹੇ ਆ, ਤੋੜ ਕੇ ਦਿਖਾ ਦਿਓ ਤੁਸੀਂ ਇੱਕ ਵਾਰੀ ਹਨਾ। ਮਗਰ ਬੂਟੇ ਵੀ ਜਿਹੜੇ ਆ ਲੱਗੇ ਹੋਏ ਆ, ਨਾਲ ਲੈ ਕੇ ਆਏ ਆ ਪੱਟ ਕੇ, ਤੁਸੀਂ ਦੇਖ ਸਕਦੇ ਹੋ ਆ ਟਿੰਡੇ। ਇਹਨਾਂ ਦੇ ਅੰਦਰ ਜਿਹੜੀਆਂ ਗੁਲਾਬੀ ਸੁੰਡੀਆਂ ਪਈਆਂ, ਬਾਹਰੋਂ ਬਹੁਤ ਸੋਹਣੇ ਲੱਗਦੇ ਆ ਬੂਟੇ, 7-7 ਫੁੱਟ ਦਾ ਕੱਦ ਆ, ਨਰਮੇ ਦਾ ਖੇਤ ਖੜੇ ਬਹੁਤ ਸੋਹਣੇ ਲੱਗਦੇ ਆ। ਪਰ ਜਦੋਂ ਅੰਦਰ ਦੇਖਦੇ ਆ ਜਾ ਕੇ, ਤੁਹਾਨੂੰ ਉਹ ਤਸਵੀਰਾਂ ਵੀ ਦਿਖਾਈਆਂ, ਖੇਤਾਂ ਦੇ ਅੰਦਰ ਦੀਆਂ ਤਸਵੀਰਾਂ ਵੀ ਦਿਖਾਈਆਂ। ਤੇ ਇਹ ਇਸ ਵੇਲੇ ਪ੍ਰੋਟੈਸਟ ਕਰ ਰਹੇ ਆ
ਤਲਵੰਡੀ ਸਾਬੋ ਇਸ ਵੇਲੇ ਅਸੀਂ ਮੌਜੂਦ ਹਾਂ। ਗੁਰੂ ਕੀ ਕਾਂਸ਼ੀ ਕਿਹਾ ਜਾਂਦਾ ਦਮਦਮਾ ਸਾਹਿਬ, ਗੁਰੂ ਕੀ ਕਾਂਸ਼ੀ ਉਸ ਧਰਤੀ ਤੇ ਅਸੀਂ ਮੌਜੂਦ ਹਾਂ ਤੇ ਕਿਸਾਨ ਪ੍ਰੋਟੈਸਟ ਕਰ ਰਹੇ ਆ। ਇੱਕ ਪਾਸੇ ਦਿੱਲੀ ਬੈਠੇ ਆ ਕਿਸਾਨ, ਦੂਜੇ ਪਾਸੇ ਪੰਜਾਬ 'ਚ ਵੀ ਆਪਣੇ ਹੱਕਾਂ ਦੇ ਲਈ ਜੂਝ ਰਹੇ ਆ। ਮਨ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਜੇ ਗੱਲ ਕਰ ਲਈਏ, ਖੇਤਾਂ 'ਚ ਨਾ ਬੋਰਡ ਲੱਗੇ ਹੋਏ ਆ ਬੀ ਦੇ, ਆ ਫਲਾਨਾ ਬੀ ਆ, ਆਹ ਵਰਤੋ, ਆਹ ਵਧੀਆ। ਕੀ ਲੱਗਦਾ ਜਿਹੜੀਆਂ ਕੰਪਨੀਆਂ ਨੇ ਬੀ ਦਿੱਤੇ ਸੀਗੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ, ਜਾਂ ਸਪਰੇਆਂ ਦੇ ਵੀ ਬੋਰਡ ਲੱਗੇ ਹੋਏ ਆ? ਬਿਲਕੁਲ ਵੀਰੇ ਹੋਣੀ ਚਾਹੀਦੀ ਹੈ। ਜਿਵੇਂ ਰਾਸ਼ੀ ਕੰਪਨੀ ਦਾ ਬੀਜਿਆ ਸੀ ਨਾ ਜਸ, ਰਾਸ਼ੀ ਕੰਪਨੀ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਜੇ ਆਪਾਂ ਦੂਜੇ ਲੋਟ ਤੇ ਦੇਖੀਏ ਉਹਦੀ ਕੀਮਤ ਸਿਰਫ 20 ਰੁਪਏ, ਜਿਹੜੀ ਅਸੀਂ 2000-3000 ਰੁਪਏ ਦੇ ਦੇਖਦੇ ਹਾਂ, ਕਿਉਂਕਿ ਉਹ ਸੋਧੀ ਹੁੰਦੀ ਆ, ਦਵਾਈ ਲੱਗੀ ਹੁੰਦੀ ਹੈ, ਮਸ਼ੀਨਾਂ ਵੀ ਕੱਢੀ ਨੇ। ਇਸ ਵਾਰ ਕੀ ਸੀ ਵੀਰੇ, ਲਾਕਡਾਊਨ ਸੀਗਾ, ਠੀਕ ਹੈ, ਕਰੋਨਾ ਕਰਕੇ ਲਾਕਡਾਊਨ ਸੀ। ਇਹਨਾਂ ਕੋਲੇ ਪ੍ਰੋਪਰ ਲੇਬਰ ਨਹੀਂ ਸੀ, ਪ੍ਰੋਪਰ ਟਰਾਂਸਪੋਰਟ ਦਾ ਪ੍ਰਬੰਧ ਨਹੀਂ ਸੀ, ਪ੍ਰੋਪਰ ਮਸ਼ੀਨਾਂ, ਸਾਰਾ ਸਿਸਟਮ ਹੈ ਹੀ ਨਹੀਂ ਸੀਗਾ। ਤਾਂ ਇਹਨਾਂ ਨੇ ਵੈਸੇ ਹੀ ਬਾਈ ਬੜੇਵੇਂ ਚੱਕ ਕੇ ਲਿਫਾਫਿਆਂ ਦੇ ਵਿੱਚ ਭਰ ਕੇ ਦੇਤੇ। ਕੋਈ ਦਵਾਈ ਨਹੀਂ ਲਾਈ, ਕੋਈ ਮਸ਼ੀਨਾਂ ਵੀ ਨਹੀਂ ਕੱਢੇ, ਕੋਈ ਸੋਧਿਆ ਨਹੀਂ, ਕੁਛ ਨਹੀਂ, ਠੀਕ ਆ। ਜਿਹੜਾ ਉਹ ਸਿੱਟਾ ਸਾਨੂੰ ਭੁਗਤਣ ਨੂੰ ਮਿਲ ਰਿਹਾ। ਅੱਗੇ ਵੀਰੇ ਅਟੈਕ ਹੁੰਦਾ ਸੀ ਸੁੰਡੀ ਦਾ, ਸੁੰਡੀ ਪੱਤੇ ਖਾਂਦੀ, ਸੁੰਡੀ ਫੁੱਲ ਬੂਕੀ ਖਾਂਦੀ, ਸੁੰਡੀ ਟਿੰਡਾਂ 'ਚ ਮੋਰੀਆਂ ਕਰ ਦਿੰਦੀ ਸੀ। ਤੇ ਉਹ ਕਿਤੇ ਨਾ ਕਿਤੇ ਅਸੀਂ ਕਰੜੀ ਦਵਾਈ ਛਿੜਕਦੇ, ਦੂਜੇ ਤੀਜੇ ਦਿਨ ਤੋਂ ਦਵਾਈ ਛਿੜਕਣੀ ਸ਼ੁਰੂ ਕਰ ਦਿੰਦੇ, ਕਿਤੇ ਨਾ ਕਿਤੇ ਸੁੰਡੀ ਕੰਟਰੋਲ ਹੋ ਜਾਂਦੀ, ਮਰ ਵੀ ਜਾਂਦੀ ਸੀ। ਤੇ ਕਹਿੰਦਾ ਮਤਲਬ ਅੱਧ ਬਚੱਧ ਨਰਮਾ ਹੋ ਜਾਂਦਾ ਸੀ, ਠੀਕ ਹੈ। ਇਹ ਵੀਰੇ ਉੱਤੋਂ ਕੋਈ ਪੱਤਾ ਨਹੀਂ ਖਾਦਾ, ਕੋਈ ਟਿੰਡਾ ਉੱਤੋਂ ਜਮਾਂ ਨਵਾਂ ਨਰੋਆਗਾ। ਟਿੰਡੇ ਦੇ ਵਿੱਚੋਂ ਪੈਦਾ ਹੁੰਦੀ ਹੈ ਸੁੰਡੀ, ਬੜੇਵੇਂ ਦੇ ਵਿੱਚੋਂ, ਬੀ ਦੇ ਵਿੱਚੋਂ ਪੈਦਾ ਹੋ ਕੇ ਉਹ ਸਾਰੀ ਇਹਦੇ 'ਚ ਫੈਲ ਜਾਂਦੀ ਆ ਫੁੱਟੀ ਦੇ ਵਿੱਚ। ਫੁੱਟੀ ਬਿਲਕੁਲ ਤੁਸੀਂ ਦੇਖ ਹੀ ਚੁੱਕੇ ਹੋ, ਖੇਤਾਂ 'ਚ ਜਾ ਕੇ ਐਵੇਂ ਖਰਾਬ ਹੋ ਜਾਂਦੀ ਆ। ਕੁਛ ਕੁ ਕਿਸਾਨਾਂ ਨੂੰ ਤਾਂ ਵੀਰੇ ਪਤਾ ਹੀ ਹੋਣ ਲੱਗਿਆ ਜਦੋਂ ਚੁਗਣ ਦਾ ਟਾਈਮ ਆਇਆ ਵੀ ਯਾਰ ਖਿੜ ਕਿਉਂ ਨਹੀਂ ਰਿਹਾ, ਠੀਕ ਹੈ। ਜਿਹੜੇ ਕੋਈ ਜ਼ਿਆਦਾ ਜ਼ਮੀਨ ਵਾਲੇ ਸੀ ਉਹਨਾਂ ਨੇ ਚੋਣੇ ਭੇਜੇ, ਭਾਈ ਵੀ ਆਪਣਾ ਫਲਾਣੇ ਦਾ ਖੇਤ ਆ ਵੀ ਛੱਡੇ ਆਂਦੇ, ਤੇ ਉਹ ਚੋਣੇ ਕਹਿੰਦੇ ਚੁੱਕੀ ਕਿ ਜਿਹੜੀਆਂ ਫੁੱਟੀਆਂ ਖਿੜੀਆਂ ਸੋਡੀਆਂ ਉਹ ਸਾਰੀਆਂ ਗਲੀਆਂ ਹੋਈਆਂ। ਬਹੁਤ ਬਈ ਵਿਚਾਲੋਂ ਜਵਾਬ ਦੇ ਕੇ ਮੁੜ ਗਏ। ਤੇ ਕਹਿਣ ਦਾ ਮਤਲਬ ਵੀ ਕਿਤੇ ਨਾ ਕਿਤੇ ਜਿਹੜੇ ਰਾਸੀ ਬੀ ਆ ਉਹਦੇ ਲੋਕਾਂ ਨੂੰ ਯਕੀਨ ਸੀ, ਵਿਸ਼ਵਾਸ ਸੀ ਵੀ ਹਰ ਸਾਲ ਵਧੀਆ ਹੋ ਜਾਂਦਾ ਯਾਰ, ਹਨਾ। ਤੇ ਇੱਕਦਮ ਵਿਸ਼ਵਾਸ ਪੀਕ ਪੁਆਇੰਟ ਤੇ ਲਿਆ ਕੇ ਧਿਆ ਕੇ ਮੰਜੇ ਆ ਬਈ। ਕੰਪਨੀ ਦੋਸ਼ੀ ਆ, ਕੰਪਨੀ ਦੇ ਧੌਣ ਤੇ ਗੋਡਾ ਧਰੇ ਸਰਕਾਰ, ਕਿਸਾਨਾਂ ਨੂੰ ਮੁਆਵਜ਼ਾ ਦਵਾਵੇ। ਲੱਗਦਾ ਆਸ ਹੈਗੀ ਆ ਸਰਕਾਰ ਇਨਸਾਫ ਦਵਾਊਗੀ, ਮੁਆਵਜ਼ਾ ਦਊਗੀ ਸਰਕਾਰ। ਪ੍ਰੋਟੈਸਟ ਕਰ ਰਹੇ ਹੋ ਅੱਜ ਇੱਥੇ ਸਾਰੇ ਆਏ ਹੋ, ਹੋਰ ਪਿੰਡਾਂ ਦੇ ਲੋਕ ਵੀ ਆਏ ਆ। ਹੁਣ ਜੀ ਦੇਖੋ ਜੀ ਤੁਸੀਂ, ਪਹਿਲਾਂ ਜੋ ਸਰਕਾਰ ਆਪਣਾ ਦਿੱਲੀ ਵੀ ਧਰਨੇ ਚੱਲ ਰਹੇ ਨਾ, ਉਹ ਸਰਕਾਰ ਤਾਂ ਹੁਣ ਸਾਲ ਹੋ ਗਿਆ ਜੀ ਬੈਠਿਆਂ ਨੂੰ ਉੱਥੇ, ਉਹਨਾਂ ਦੇ ਕੋਈ ਵੀ ਜੂ ਨਹੀਂ ਸਰਕੀ। ਤੇ ਹੁਣ ਅਸੀਂ ਇੱਥੇ ਧਰਨੇ ਲਾਉਣੇ ਆ। ਹੁਣ ਚਰਨੀ ਚੰਨੀ ਜੀ ਹੁਣ ਨਵੇਂ ਆਪਣੇ ਮੁੱਖ ਮੰਤਰੀ ਬਣੇ ਨੇ, ਉਹਨਾਂ ਤੋਂ ਸਾਨੂੰ ਆਸ ਹੈ ਵੀ ਉਹਨਾਂ ਨੇ ਕਿਹਾ ਸੀਗਾ ਵੀ ਕਿਸਾਨਾਂ ਲਈ ਗਲ ਕਟਾਵਾਂਗੇ। ਅਸੀਂ ਗਲ ਦੀ ਸਾਨੂੰ ਇਹ ਲੋੜ ਨਹੀਂ, ਵੀ ਸਾਡੀ ਬਾਂਹ ਫੜ ਲੈਣਾ, ਵੀ ਸਾਨੂੰ ਚੰਗੇ ਬੀਜ, ਚੰਗੀਆਂ ਸਪਰੇਹਾਂ ਵੀ ਸਾਨੂੰ ਮਿਲਣੀਆਂ ਚਾਹੀਦੀਆਂ, ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ। ਜਿਵੇਂ ਚੰਨੀ ਜੀ ਅਕਸਰ ਹੀ ਕਹਿੰਦੇ ਨੇ, ਮੈਂ ਗਰੀਬੀ 'ਚੋਂ ਗਿਆ, ਮੇਰੀ ਮਾਂ ਟੋਬੇ 'ਚ ਮਿੱਟੀ ਲੈ ਕੇ ਘਰ ਲਿਪਦੀ ਹੁੰਦੀ ਸੀ, ਹਨਾ, ਮੈਂ ਗਰੀਬ ਦਾ ਪੁੱਤ ਸੀ। ਅੱਜ ਟਾਈਮ ਉਹਨਾਂ ਕੋਲੇ ਇਹ ਸਾਬਤ ਕਰਨ ਦਾ, ਪ੍ਰੂਫ ਕਰਨ ਦਾ ਵੀ ਮੈਂ ਵਾਕਈ ਗਰੀਬ ਦਾ ਪੁੱਤ ਆ, ਮੈਂ ਗਰੀਬੀ ਹੰਢਾਈ ਆ, ਹਨਾ। ਇਕੱਲੇ ਕਿਸਾਨ ਨਹੀਂ ਵੀਰੇ, ਉਹਦੀ ਕਾਸਟ ਦਾ ਕਹਿ ਲਈਏ, ਜਿਵੇਂ ਉਹ ਦੱਸਦੇ ਆ ਹਨਾ ਆਪਣੇ ਆਪ ਨੂੰ ਵੀ ਮੈਂ ਦਿਹਾੜੀਦਾਰ ਸੀ। ਦਿਹਾੜੀਦਾਰ ਬੰਦੇ ਵੀ ਅੱਜ ਮਾਰੇ ਗਏ ਬਈ, ਜਿਹੜੇ ਹਰ ਸਾਲ ਨਰਮਾ ਚੁੱਕਦੇ ਸੀ, ਹਨਾ। ਤੇ ਵੀ ਕਹਿੰਦਾ ਮਤਲਬ ਸੋਹਣੀ ਦਿਹਾੜੀ ਬਣ ਜਾਂਦੀ ਹੈ, ਨਰਮਾ ਸੋਹਣਾ ਹੋਵੇ, ਕੁਆਟਲ ਵੀ ਕਈ ਬੰਦੇ ਚੁੱਕ ਦਿੰਦੇ ਆ, ਹਨਾ, ਚੰਗੀ ਦਿਹਾੜੀ ਬਣ ਜਾਂਦੀ। ਉਹ ਬੰਦੇ ਵੀ ਮਾਰੇ ਗਏ ਬਈ। ਹੁਣ ਆਹ ਜ਼ਿਮੀਂਦਾਰ ਬੇਸ਼ੱਕ ਇਹ ਛੋਟਾ ਜ਼ਿਮੀਂਦਾਰ ਆ, ਅੱਧ ਬਚੱਧ ਪੈਸੇ ਇਹ ਤੋਂ ਵੀ ਚੁੱਕਣ ਵਾਲੇ ਪਹਿਲਾਂ ਲੈ ਗਏ ਹੋਣਗੇ, ਬਈ ਯਾਰ ਮੈਨੂੰ ਚਾਹੀਦਾ, ਮੈਂ ਤੇਰੇ ਪੱਕਾ ਲੱਗ ਜੂ। ਹੁੰਦਾ ਵੀ ਆਈ ਹੈ ਬਈ, ਇੱਕ ਦੂਜੇ ਨਾਲ ਕੜੀ ਨਾ ਕੜੀ ਜੁੜੀ ਹੁੰਦੀ ਹੈ ਨਾ, ਆਈ ਚੱਲਦਾ ਹੁੰਦਾ। ਤੇ ਉਹ ਵੀ ਮਾਰੇ ਗਏ ਬਈ, ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ। ਚੰਨੀ ਸਾਹਿਬ, ਜ਼ਿਮੀਂਦਾਰ ਤੁਸੀਂ ਜ਼ਿਮੀਂਦਾਰ ਬਾਰੇ ਬਾਅਦ ਚ ਸੋਚ ਲਓ, ਕਿਸਾਨ ਬਾਰੇ ਦੂਜੇ ਨੰਬਰ ਸੋਚ ਲਓ, ਪਹਿਲਾਂ ਆਪ ਦੇ ਬੰਦਿਆਂ ਬਾਰੇ ਸੋਚ ਲਓ ਯਾਰ, ਉਹਨਾਂ ਨੂੰ ਮੁਆਵਜ਼ਾ ਦਵਾ ਦਿਓ, ਹਨਾ। ਆਸ ਹੈਗੀ ਆ। ਲੱਗਦਾ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਸੀ ਅਸੀਂ ਸਭ ਦੀ ਬਾਂਹ ਫੜਾਂਗੇ, ਜਦੋਂ ਉਹਨਾਂ ਦੀ ਤਾਜ ਪੁੱਛੀ ਹੁੰਦੀ ਆ ਪ੍ਰਧਾਨਗੀ ਦੀ, ਕਿਸਾਨਾਂ ਦੀ ਗੱਲ ਕੀਤੀ ਉਹਨਾਂ ਨੇ। ਚੰਨੀ ਹੋਰਾਂ ਨੇ ਵੀ ਆਖਿਆ, ਸੀਐਮ ਚੰਨੀ ਨੇ, ਕਹਿੰਦੇ ਵੀ ਮੇਰੇ ਲਈ ਸਿੰਘੂ ਬਾਰਡਰ ਤੀਰਥ ਸਥਾਨ ਆ, ਮੈਂ ਜਾਊਂਗਾ। ਟੇਕ ਲਓ ਚੰਨੀ ਸਾਹਿਬ ਮੱਥਾ, ਤੁਸੀਂ ਜ਼ਰੂਰ ਟੇਕੋ, ਬਾਅਦ ਚ ਟੇਕ ਲਓ, ਪਹਿਲਾਂ ਨਾ ਤਲਵੰਡੀ ਸਾਹਿਬ ਹੋਏ ਇੱਥੋਂ ਨਾਲ ਤਾਂ ਤੁਸੀਂ ਮੱਥਾ ਟੇਕ ਜਾਓ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ 6 ਮਹੀਨੇ, ਹਨਾ, 6 ਦਿਨ ਇੱਥੇ ਦਮ ਲਿਆ। ਦਮਦਮਾ ਸਾਹਿਬ ਕਿਹਾ ਜਾਂਦਾ, ਇੱਕ ਬਹੁਤ ਵੱਡਾ ਤਖਤ ਸਾਹਿਬ ਆ। ਤੁਸੀਂ ਨਾਲੇ ਇੱਥੇ ਮੱਥਾ ਟੇਕ ਜਾਓ, ਨਾਲੇ ਤਲਵੰਡੀ ਸਾਬੋ ਦੇ ਆਸੇ-ਪਾਸੇ ਪਿੰਡਾਂ ਵਾਲੇ ਕਿਸਾਨਾਂ ਦਾ ਮਾੜਾ ਜਿਹਾ ਨਿਰੀਖਣ ਕਰ ਜਾਓ ਤੇ ਇਹਨਾਂ ਦੀ ਬਿੜਕ ਲੈ ਜਾਓ, ਹਨਾ, ਪਤਾ ਸੁਤਾ ਲੈ ਜਾਓ। ਤੇ ਮੈਂ ਤੁਹਾਨੂੰ ਤਾਂ ਹੀ ਇੱਕ ਸਫਲ ਮੁੱਖ ਮੰਤਰੀ ਗਿਣਾਂਗਾ ਜੇ ਤੁਸੀਂ ਇੱਥੇ ਆਉਣੇ ਹੋ। ਆਸ ਤਾਂ ਸਿਮਰੇ ਆਏ ਆ ਵੀ ਵੋਟਾਂ ਨੇੜੇ ਆ, ਆਸ ਵੀ ਇਹਨਾਂ ਦੀ ਥੋੜੀ ਹੁਸ਼ਿਆਰੀ ਜਿਹੀ ਹੈ ਨਾ, ਤੇ ਵੀ ਵੋਟਾਂ ਨੇੜੇ ਆ, ਤਾਂ ਕਰਕੇ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਸੁਣੀ ਜਾਊਗੀ। ਬਾਕੀ ਜੇ ਨਾ ਸੁਣਨਗੇ ਬਈ, ਆਹ ਬੰਦਾ 5 ਸਾਲ ਪਿੱਛੇ ਪੈ ਗਿਆ, ਠੀਕ ਹੈ। ਫਸਲ ਨਰਮੇ ਦੀ ਇਦਾਂ ਦੀ ਹੁੰਦੀ ਹੈ ਵੀਰੇ, ਝੋਨਾ ਖਰਾਬ ਹੋਏ, ਪਹਿਲੀ ਗੱਲ ਝੋਨਾ ਖਰਾਬ ਨਹੀਂ ਹੁੰਦਾ, ਜੇ ਹੋਰ ਕੋਈ ਵੀ ਫਸਲ ਹੋ ਜੇ ਓਨਾ ਬੰਦਾ ਡਾਊਨ ਨਹੀਂ ਹੁੰਦਾ ਜਿੰਨਾ ਨਰਮੇ ਨਾਲ, ਕਿਉਂਕਿ ਨਰਮੇ ਦੇ ਉੱਤੇ ਖਰਚਾ ਬਹੁਤ ਹੋ ਜਾਂਦਾ। ਹੁਣ ਇਹਦੇ ਬਸੇਰੀ ਨਰਮਾ ਕਿੱਲੇ ਦਾ ਨਹੀਂ ਹੋਣਾ, ਤੇ ਘੱਟੋ ਘੱਟ 20-25 ਹਜ਼ਾਰ ਰੁਪਏ ਉੱਤੇ ਖਰਚਾ ਉਹ ਵੀ ਗਿਆ ਬਾਈ, ਠੀਕ ਹੈ। ਜੇ ਉਹਨੂੰ ਅੱਜ
ਬਾਉਂਦਾ ਹੈ ਤਾਂ 4 ਵਾਰੀ ਬਾਉਣਾ ਪੂ ਡੀਜ਼ਲ ਦਾ ਤੁਸੀਂ ਰੇਟ ਦੇਖ ਲਓ। ਜੇ ਉਹਨੂੰ ਪੱਟਦਾ ਹੈ ਤਾਂ ਆਹ ਦੇਖ ਲਓ ਏਡੇ ਏਡੇ ਕੱਦ ਹੈ, ਇਹਨੂੰ ਚੱਕੂ ਕੌਣ? ਇੱਕ ਸਟੀ ਵੀ ਨਹੀਂ ਚੱਕੀ ਜਾਂਦੀ ਹੈ ਨਾ, ਕਿਵੇਂ ਵਾਹਣ ਵਿਹਲਾ ਕਰੂਗਾ ਇਹ ਬਾਈ? ਕਸੂਤਾ ਫਸ ਗਿਆ ਬੰਦੇ ਨੇ, ਰੋ ਪਿਆ ਬਾਈ, ਅਸੀਂ ਮਸਾਂ ਚੁੱਪ ਕਰਾਇਆ, ਕਹਿੰਦਾ ਬਾਈ ਮੈਂ ਭੈਣ ਦਾ ਵਿਆਹ ਕਰਨਾ ਸੀਗਾ। ਠੀਕ ਹੈ, ਇੱਥੇ ਤੁਹਾਨੂੰ ਇੱਕ ਗੱਲ ਦੱਸਦੇ ਆ, ਆੜਤੀ ਆ ਜਿਹੜਾ ਬਾਈ ਉਹ ਜ਼ਮੀਨ ਨੂੰ ਨਹੀਂ ਪੈਸੇ ਦਿੰਦਾ ਹੁੰਦਾ ਹਮੇਸ਼ਾ। ਉਹ ਨਹੀਂ ਦੇਖਦਾ ਤੇਰੇ ਕੋਲ 20 ਕਿੱਲੇ 50 ਕਿੱਲੇ ਆ, ਉਹ ਨਹੀਂ ਦੇਖਦਾ ਤੇਰੇ ਕੋਲ ਕਿੱਲਾ ਹੈ, ਉਹ ਦਿੰਦਾ ਹੁੰਦਾ ਬਾਈ ਪੈਸੇ ਫਸਲ ਨੂੰ। ਇਹ ਐਡੀ ਹੁਸ਼ਿਆਰ ਕੌਮ ਹੁੰਦੀ ਹੈ ਬਾਈ, ਤੂੰ ਜਾਏਗਾ ਨਾ ਤੇ ਇੱਥੋਂ ਪਿੰਡ ਚੋਂ ਤੀਜੀ ਗਲੀ ਵਾਲੇ ਦੀ ਬਿੜਕ ਲੈਣ ਲੱਗ ਜੂ ਫਲਾਣੇ ਦੀ ਫਸਲ ਬਾੜੀ ਕਿਵੇਂ ਆ, ਸਮਝ ਗਿਆ? ਉਹ ਸਾਰਾ ਆਪਦਾ ਮੇਨਟੇਨ ਰੱਖਦੇ, ਚਲੋ ਉਹ ਉਹਨਾਂ ਦਾ ਕੰਮ ਹੈ ਹਨਾ। ਤੇ ਕਹਿੰਦਾ ਮਤਲਬ ਵੀ ਇਹਨੂੰ ਹੁਣ ਮੂਰੇ ਕੋਈ ਕੁਝ ਮਿਲਣਾ ਨਹੀਂ, ਇਹ ਕਿੱਥੋਂ 6 ਮਹੀਨੇ ਨੂਣ ਮਿਰਚ ਘਰ ਦਾ ਖਰਚਾ ਚਲਾਊਗਾ ਹਨਾ। ਅਨਮੈਡ ਹਲੇ ਕੁਆਰਾ ਬੰਦਾ ਇਹ, ਠੀਕ ਹੈ। ਅੱਜ ਇਹਦੇ ਐਡੇ ਵੱਡੀਆਂ ਟੈਨਸ਼ਨਾਂ ਪੈ ਗਈਆਂ, ਹਲੇ ਭੈਣ ਦੇ ਵਿਆਹ ਦੀਆਂ ਗੱਲਾਂ ਕਰਦਾ, ਹੋਰ ਗੱਲਾਂ ਬਾਤਾਂ ਕਰਦਾ। ਤੇ ਯਾਰ ਇਹਨੇ ਕੀ ਉਹ ਚੀਜ਼ਾਂ ਰਗੜ ਕੇ ਫੋੜੇ ਤੇ ਲਾਉਣੀਆਂ ਜਿਹੜੀਆਂ ਲੀਡਰ ਗੱਲਾਂ ਕਰਦੇ ਆ। ਦੂਜੀ ਦੁੱਖ ਦੀ ਗੱਲ, ਨਾ ਕਾਲੀ ਨਾ ਕਾਂਗਰਸੀ ਨਾ ਝਾੜੂ ਵਾਲੀ ਬੀਬੀ ਸਾਡੇ ਇੱਥੋਂ ਐਮਐਲਏ ਆ। ਅੱਜ ਕੱਲ ਹਰਸਿਮਰਤ ਬਾਦਲ ਹੋਰਾਂ ਨੇ ਵੀ ਇੱਕ ਵੀਡੀਓ ਪਾਈ ਆ, ਸਾਡੀ ਚੱਕ ਕੇ ਪਾਈ ਹੈ, ਸਾਡੀ ਚੱਕ ਕੇ ਪਾਈ ਹੈ ਬਾਈ। ਉਹਦੀ ਦੱਸ ਦਿੰਦਾ ਵੀਡੀਓ ਦੀ ਗੱਲ। ਮਲਕਾਣੇ ਪਿੰਡ ਬਾਬਾ ਨਾ ਐਡਾ ਆ ਉਮਰ ਦਾ ਬਾਬਾ, ਚਲੋ ਟਰੈਕਟਰ ਜੋੜ ਲਿਆ, ਬਾਉਣ ਲੱਗ ਗਿਆ ਨਰਮਾ। ਪਹਿਲੀ ਗੱਲ ਤਾਂ ਜਿਹੇ ਜਿਹਾ ਬਈ ਆਪਦੇ ਪੁੱਤ ਦਾ ਕਤਲ ਕਰਤਾ, ਜਿਹੇ ਜਿਹਾ 70 ਵਿਸ ਗਿਆ ਤੇ ਜੋ ਇਹ ਜਿਹਾ ਫਸਲ ਖੇਤ ਦੇ ਵਿੱਚ ਹਨਾ ਫਲ ਤੋਂ ਪਹਿਲਾਂ ਬਾਤੀ ਹਨਾ। ਤੇ ਬਾਬਾ ਉਹ ਨਾਲ ਤਾਂ ਟਰੈਕਟਰ ਚੱਲੀ ਜਾਂਦਾ ਬਈ, ਕਿਤੇ ਉਹ ਭੱਜ ਕੇ ਜਾ ਕੇ ਉੱਥੋਂ ਛੱਟੀ ਚੱਕਦਾ, ਭੱਜ ਕੇ ਉੱਥੋਂ ਛੱਟੀ ਚੱਕਦਾ। ਜਿਵੇਂ ਆਪਾਂ ਮਰੇ ਹੋਏ ਬੰਦੇ ਦੀ ਨਬਜ਼ ਨਹੀਂ ਦੇਖਦੇ ਹੁੰਦੇ ਵੀ ਸ਼ਾਇਦ ਸਾਹ ਹੋਣ, ਸ਼ਾਇਦ ਬਚ ਜੇ, ਸ਼ਾਇਦ ਇਹਦੇ 'ਚ ਕੁਝ ਨਾ ਕੁਝ ਹੋਵੇ, ਉਹ ਗੱਲਾਂ ਉਹਨਾਂ ਨਾਲੇ ਰੋਈ ਜਾਵੇ। ਸਾਨੂੰ ਇੰਨਾ ਤਰਸ ਆਇਆ ਬਈ ਯਾਰ, ਛੱਡ ਗੱਲਾਂ ਦੇ, ਲੋਕ ਝੱਲੇ ਨਹੀਂ ਜਾਂਦੇ। ਤੇ ਸਾਡਾ ਆਪ ਦਾ ਬਈ ਰੋਣ ਨਿਕਲ ਜਾਂਦਾ ਸੀ। ਆ ਬਈ ਬੰਦਾ ਚਾਹੇ ਜੋ ਮਰਜ਼ੀ ਆ, ਮੈਨੂੰ ਨਹੀਂ ਪਤਾ, ਮੈਂ ਦੂਜੇ ਏਰੀਏ ਦਾ, ਮੈਂ ਪ੍ਰੋਪਰ ਜਾਂਦਾ। ਇਹ ਬੰਦੇ ਨੇ ਕੋਲੋਂ ਤੇਲ ਫੂਕ ਕੇ ਕਹਿੰਦਾ ਬਈ ਮੈਂ ਜਾਊਂ ਤੁਹਾਡੇ ਨਾਲ, ਕੱਲੇ ਕੱਲੇ ਪਿੰਡ ਆਪ ਦੀ ਗੱਡੀ ਲੈ ਕੇ ਸਾਨੂੰ ਲੈ ਕੇ ਗਿਆ ਬਈ ਕਿਸਾਨਾਂ ਦੇ ਕੋਲੇ। ਕੋਈ ਇਹ ਲੀਡਰ ਨਹੀਂ, ਕੋਈ ਮੈਂ ਨਹੀਂ ਜਾਣਦਾ ਇਹਦੇ ਬਾਰੇ ਬਾਹਲਾ ਹਨਾ। ਤੇ ਜਿਹੜਾ ਬੰਦਾ ਬਈ ਬਾਂਹ ਫੜਦਾ, ਹਾਂ ਮੈਂ ਢਿੱਲੋਂ ਨੂੰ ਕਿਹਾ ਜਦੋਂ ਅਸੀਂ ਦੂਜੇ ਦਿਨ ਮਿਲਿਆ, ਮੈਂ ਢਿੱਲੋਂ ਯਾਰ ਮੀਡੀਆ ਤਾਂ ਉੱਧਰ ਉਲਝਿਆ ਹੋਇਆ ਹਨਾ ਉਹ ਮੁੱਖ ਮੰਤਰੀ ਬਣਾਉਣ ਤੇ, ਠੀਕ ਹੈ, ਉਧਰ ਉਹਨਾਂ ਨੂੰ ਕੋਈ ਜ਼ਿਆਦਾ ਹੋਊਗਾ, ਪਰ ਜ਼ੀਰੋ ਗਰਾਊਂਡ ਤੇ ਗੱਲ ਕਿਸੇ ਨੇ ਨਹੀਂ ਦਿਖਾਉਣੀ। ਯਾਰ ਮੈਂ ਆਪਾਂ ਨੂੰ ਪਰਮਾਤਮਾ ਨੇ ਪਲੇਟਫਾਰਮ ਬਖਸ਼ਿਆ, ਆਪਾਂ ਯਾਰ ਇਹਨਾਂ ਦੀ ਆਵਾਜ਼ ਉਠਾਵਾਂਗੇ, ਅੱਗੇ ਇਹਨਾਂ ਦੇ ਕਰਮ ਆਪਾਂ ਜ਼ੋਰ ਲਾਵਾਂਗੇ। ਅੱਜ ਬਈ ਅਸੀਂ ਆਵਾਜ਼ ਉਠਾਈ ਤੁਹਾਡੇ ਸਾਹਮਣੇ, ਦੇਖੋ ਹਨਾ ਹਜ਼ਾਰਾਂ 'ਚ ਲੋਕ ਇੱਥੇ ਪਹੁੰਚੇ ਹੋਏ ਆ, ਆਪਦਾ ਕਰਕੇ ਪਹੁੰਚੇ। ਦੁਖੀ ਆ ਬਈ, ਹਰ ਇੱਕ ਬੰਦਾ ਦੁਖੀ ਆ। ਜ਼ਿਮੀਂਦਾਰ ਦਾ ਕੀ ਹੁੰਦਾ ਬਈ, ਜ਼ਿਮੀਂਦਾਰ ਖੇਤ ਜਾਇਆ ਆ, ਦੇਖ ਆਇਆ, ਆ ਕੇ ਸਿਰਫ ਵੱਧ ਤੋਂ ਵੱਧ ਸੱਥ 'ਚ ਦੱਸ ਸਕਦਾ ਯਾਰ ਮੇਰੇ ਤਾਂ ਸ਼ੇਰ ਨਰਮਾ ਵੀ ਨਹੀਂ। ਹਾਲਾਂਕਿ ਉਹ ਵੱਡੇ ਪੱਧਰ ਤੇ ਨਾ ਤਾਂ ਉਹਦੀ ਸੋਚਦੇ, ਨਾ ਉਹ ਪਹੁੰਚਾ ਸਕੇ, ਨਾ ਉਹਦੇ ਕੋਲ ਉਹ ਹੁੰਦਾ ਹਨਾ। ਤੇ ਜੇ ਅੱਜ ਆਪਾਂ ਕਿਸਾਨਾਂ ਦੀ ਆਵਾਜ਼ ਬਣਦਾ ਯਾਰ, ਕੀ ਫਰਕ ਪੈਂਦਾ? ਆਹ ਬੰਦੇ ਨੂੰ ਅੱਜ ਦੁਨੀਆ ਜਾਣਨ ਲੱਗ ਗਈ, ਇਹਦੇ ਦੁੱਖ ਨੂੰ ਦੁਨੀਆ ਜਾਣ ਗਈ। ਬਾਹਰੋਂ ਵੀ ਤੁਹਾਨੂੰ ਫੋਨ ਆਏ, ਮਾਨ ਵੀ ਦੱਸ ਰਿਹਾ ਸੀ, ਮੇਰੀ ਗੱਲ ਹੋ ਰਹੀ ਸੀ, ਕਹਿੰਦੇ ਬਾਹਰੋਂ ਵੀ ਕਈ ਵੀਰਾਂ ਦੇ ਫੋਨ ਆਏ, ਕਹਿੰਦੇ ਯਾਰ ਅਸੀਂ ਹੈਲਪ ਕਰਾਂਗੇ ਬਾਈ ਦੀ ਹਨਾ। ਦੇਖ ਕੇ ਗੱਲਬਾਤ ਹੋਈ ਉਹਨਾਂ ਨਾਲ, ਕੀ ਗੱਲਬਾਤ ਹੋਈ ਉਹਨਾਂ ਨਾਲ ਬਾਹਰੋਂ ਜਿਨ੍ਹਾਂ ਦੇ ਫੋਨ ਆਏ? ਹਾਂਜੀ, ਉਹਨਾਂ ਨੇ ਕਿਹਾ ਸੀਗਾ ਬਾਈ ਅਸੀਂ ਮੰਨ ਲਈ ਹੈਲਪ ਕਰਾਂਗੇ। ਵਿੱਚ ਆਏ ਨੇ ਜੀ ਹੁਣ ਸਾਰਿਆਂ ਦੇ ਹੀ ਨਰਮਾ ਮਰ ਗਿਆ ਹਨਾ। ਤੇ ਵਿੱਚ ਹੋਰੂ ਆ ਜੀ, ਆਪਾਂ ਮਾਨ ਬਾਈ ਨੇ ਵੀ ਕਿਹਾ ਸੀ ਵੀ ਤੁਹਾਡਾ ਨੰਬਰ ਦੇ। ਮੈਂ ਕਿਹਾ ਬਾਈ ਹੁਣ ਚਲੋ ਜਿਹੜਾ ਪ੍ਰਮਾਤਮਾ ਨੇ ਕਰ ਹੀ ਦਿੱਤਾ ਹਨਾ, ਗਾਹਾਂ ਉਹ ਵੀ ਵਿਚਾਰੇ ਇੱਥੋਂ ਹੀ ਉੱਠ ਕੇ ਗਏ ਆ। ਫਿਰ ਵਿੱਚ ਇਹੋ ਜਿਹੇ ਵੀ ਪਏ ਹੈਗੇ ਜਿਹੜੇ ਮੰਨ ਲਓ ਵੀ ਆਪਦਾ ਮੂਹਰੇ TRP ਵਧਾ ਕੇ ਨੰਬਰ ਦਿੰਦੇ ਹੈਗੇ ਵੀ ਆਪਣੇ ਅਕਾਊਂਟ 'ਚ ਪੈਸੇ ਆਉਣਗੇ ਹਨਾ। ਵਿੱਚ ਇਹੋ ਜਿਹੇ ਵੀ ਪਏ ਹੈਗੇ। ਹੁਣ ਆਪਾਂ ਤਾਂ ਮੈਂ ਨਹੀਂ ਮੰਨ ਲਾ ਦੂਜੇ ਭਰਾਵਾਂ ਦੇ ਨਾਲ ਹੀ ਆ। ਦੇਖੋ ਇਹਨੇ ਮੰਨ ਲਓ 5 ਕਿੱਲੇ ਲਈ, 2.5 ਲੱਖ ਰੁਪਈਆ ਤਾਂ ਇਹਨੇ 50,000 ਨੂੰ ਕਿੱਲਾ ਠੇਕੇ ਤੇ ਲਈ, ਫਿਰ ਉਹਦੇ ਉੱਤੇ ਲੱਖ ਰੁਪਈਆ ਖਰਚਾ ਕਰਿਆ, 3.5 ਲੱਖ ਰੁਪਈਆ। ਫਿਰ ਇਹਨੇ ਚੋਣਿਆਂ ਨੂੰ ਪੈਸੇ ਦਿੱਤੇ 20-30,000 ਰੁਪਈਆ ਨਰਮਾ ਚੁੱਕਣ ਵਾਸਤੇ। ਪਹਿਲਾਂ ਲੈ ਜਾਂਦੇ ਆ ਵੀ ਅਸੀਂ ਫਿਰ ਮੌਕੇ ਤੇ ਨਰਮਾ ਚੁੱਕਾਂਗੇ। ਦੇਖੋ ਇਹਦੇ 3.5-4 ਲੱਖ ਰੁਪਈਏ ਵਾਂਗੂ ਇਹਦੇ ਅੱਜ ਇਹ ਕਰਜਾਈ ਹੈ। ਉਧਰੋਂ ਫਿਰ ਹੁਣ ਫਸਲ ਵਾਹੁਣੀ ਹੈ, ਤੇਲ ਕਿੰਨਾ ਮਹਿੰਗਾ ਤੁਸੀਂ ਲਾ ਲਓ, 3-3 4-4 ਵਾਰੀ ਵਾਹਣ ਵਾਹੁਣਾ ਪਊਗਾ। ਤੇ ਫਿਰ ਹੁਣ ਦੱਸੋ ਨੌਜਵਾਨ ਫਿਰ ਇਹ ਕੀ ਕਰਨ, ਦੱਸੋ ਕਿੱਧਰ ਜਾਣ? ਫਿਰ ਕੰਪਨੀਆਂ ਤੇ ਤੁਸੀਂ ਲਾ ਲਓ, ਕੰਪਨੀਆਂ ਨੇ ਜਿਨ੍ਹਾਂ ਨੇ ਬੀਜ ਦਿੱਤਾ, ਜਿਹੜੀਆਂ ਕੰਪਨੀਆਂ, ਰਾਸ਼ੀ ਕੰਪਨੀ ਹੈ, ਜੇ ਕੋਈ ਨਰਮਾ ਚੰਗਾ ਹੁੰਦਾ ਤਾਂ ਵੱਡੇ ਕਰ ਬੋਰਡ ਲਾ ਦਿੰਦੇ, ਉੱਥੇ ਆਰਕੈਸਟਰਾ ਵਾਲੇ ਵੀ ਲਵਾਉਂਦੇ ਆ, ਉੱਥੇ ਨੱਚਾ ਨਚਾਈ ਵੀ ਹੁੰਦੀ ਹੈ। ਤੇ ਜਦੋਂ ਹੁਣ ਕਿਸਾਨ ਇੱਧਰ ਮਾਰਿਆ ਗਿਆ, ਇਹ ਮਾਰੇਗਾ ਹੁਣ ਕੋਈ ਕੰਪਨੀ ਵਾਲੇ ਨੇ ਆ ਕੇ ਨਹੀਂ ਪੁੱਛਿਆ, ਕੋਈ ਲੀਡਰ ਨੇ ਨਹੀਂ ਪੁੱਛਿਆ। ਕੱਲ ਅਸੀਂ ਗਏ, ਮਾਨ ਵਰਗੇ ਸੀ, ਢਿੱਲੋਂ ਵਰਗੇ ਸੀ ਬਾਈ ਪਿੰਡਾਂ 'ਚ, ਸਾਡੀ ਦੇਖ ਕੇ ਵੀਡੀਓ ਮਗਰ ਬੀਬੀ ਚੱਲ ਪਈ। ਉੱਥੇ ਜਾ ਕੇ ਅਸੀਂ ਕਿਸਾਨਾਂ ਨੂੰ ਪੁੱਛਿਆ ਦੁਬਾਰੇ ਵੀ ਕਿਵੇਂ ਆਏ ਸੀ, ਕਹਿੰਦੇ ਕੇਰਾਂ ਫੋਟੋਆਂ ਕਰੀਆਂ, ਸਾਨੂੰ ਤਾਂ ਕੋਈ ਹਾਲ ਚਾਲ ਨਹੀਂ ਪੁੱਛਿਆ, ਨਾ ਕੋਈ ਨੇੜੇ ਲੱਗਿਆ, ਨਾ ਕੋਈ ਗੱਲ ਕਰੀ ਹੈ, ਨਾ ਫੋਨ ਕਰੀ। ਬਈ ਇੱਥੇ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਬੰਦੇ ਤੇ ਤਰਸ ਕੀਤਾ ਆਲ ਵਰਲਡ ਦੇ ਵਿੱਚ, ਸਾਡੇ ਇੱਥੇ ਨਾਰੇ ਭਰਾਵਾਂ ਨੇ ਹੋਰਾਂ ਨੇ ਇੱਥੇ ਇਸ ਦੇ ਨਾਂ ਤੇ ਜੇ ਕੋਈ ਪੰਜੀ ਮੰਗਦਾ ਬਈ ਨਾ ਦਿੱਤੀ ਜਾਵੇ। ਕਿਉਂਕਿ ਪਹਿਲੀ ਗੱਲ ਤਾਂ ਕੋਈ ਚਾਹੇ ਇਹਦੇ ਪਿੰਡ ਦਾ, ਚਾਹੇ ਕੋਈ ਵੀ ਬੰਦਾ ਇਹਦੇ ਨਾਂ ਤੇ ਜਿੰਨਾ ਚਿਰ ਇਹਦੇ ਨਾਲ ਤੁਸੀਂ ਪਹਿਲੀ ਗੱਲ ਤਾਂ ਇਹ ਕਹਿੰਦਾ ਮੈਨੇ ਮਨਾ ਕਰਤਾ, ਕਹਿੰਦਾ ਮੈਂ ਲੋਕਾਂ ਦੇ ਨਾਲ ਹੀ ਆ ਬਾਈ, ਬਾਹਰਲੇ ਕਿਹਨੂੰ ਦੇਈ ਜਾਣਗੇ, ਪੂਰੇ ਏਰੀਆ ਦੇ ਨਰਮੇ ਮਰੇ ਆ। ਠੀਕ ਹੈ, ਜੇ ਕਿਤੇ ਫੇਰ ਵੀ ਕੋਈ ਗੱਲਬਾਤ ਇਹਦੇ ਨਾਲ ਸਿੱਧੀ ਗੱਲ ਕਰਿਓ, ਠੀਕ ਹੈ ਬਾਈ ਜੀ, ਐਵੇਂ ਇਹ ਕੁਝ ਵੀ ਹੋ ਜਾਂਦਾ ਹੁੰਦਾ ਤੁਹਾਨੂੰ ਪਤਾ ਹੈ ਨਾ। ਦੂਸਰੀ ਗੱਲ ਜਿਵੇਂ ਬਾਈ ਦੱਸ ਕੇ ਹਟਿਆ,
ਯਾਰ ਲੀਡਰ ਉਹ ਤਾਂ ਵੋਟਾਂ ਵੇਲੇ ਆ ਜਾਂਦੇ ਆ ਹਨਾ, ਹਰੇਕ ਦੇ ਪੈਰੀ ਹੱਥ ਲਾਉਂਦੇ ਆ, ਹੋਰ ਬੜਾ ਕੁਛ ਉਹਨੂੰ ਪਤਾ ਡਰਾਮੇ ਕਰਦੇ ਆ। ਚਾਹੇ ਉਹ ਬੀਬੀ ਆਪ ਵਾਲੀ ਆ, ਅਕਸਰ ਨੂੰ ਐਮਐਲਏ ਤਾਂ ਹੈ ਨਾ, ਇੱਥੇ ਆਉਂਦੀ ਨਰਮਾ ਦੇਖਦੀ, ਗੱਲਾਂ ਬਾਤਾਂ ਸੁਣਦੀ, ਸੱਥਾਂ 'ਚ ਜਾਂਦੀ, ਘੱਟੋ ਘੱਟ ਉਹਦੇ ਫੋਨ ਦੇ ਵਿੱਚ ਬਾਈ ਅਫਸਰਾਂ ਦੇ ਤਾਂ ਨੰਬਰ ਹੈਗੇ ਖੇਤੀਬਾੜੀ ਵਾਲਿਆਂ ਦੇ, ਇਹਨਾਂ ਦੀ ਆਵਾਜ਼ ਤਾਂ ਬਣ ਸਕਦੀ ਸੀ, ਇਹਨਾਂ ਦਾ ਸੁਨੇਹਾ ਤਾਂ ਇੱਕ ਭਜਾ ਸਕਦੀ। ਤਾਂ ਨਹੀਂ, ਅਸੀਂ ਕੀ ਲੈਣਾ, ਮਰਦੇ ਮਰਨ। ਦੇਖੋ ਪਿੰਡ ਜਾ ਕੇ ਜਦੋਂ ਉਹਨਾਂ ਨੇ ਕਿਸਾਨਾਂ ਨੇ ਸਵਾਲ ਕਰੇ, ਕਹਿੰਦੇ ਤੁਸੀਂ ਆਉਂਦੇ ਨਹੀਂ, ਕਹਿੰਦੇ ਤੁਹਾਡੇ ਭੋਗਾਂ ਤੇ ਨਹੀਂ ਮੈਂ ਆਉਂਦੀ। ਉਹਨਾਂ ਨੂੰ ਅੱਗਿਓਂ ਕਹਿੰਦੀ ਤੁਹਾਡੇ ਭੋਗਾਂ ਤੇ ਨਹੀਂ ਆਉਂਦੀ। ਮੈਂ ਦੱਸੋ ਇਹਦਾ ਵੀ ਤੂੰ ਇਹੀ ਚਾਹਣੀ ਹੈ ਵੀ ਸਾਡੇ ਕੋਈ ਨਾ ਕੋਈ ਨੁਕਸਾਨ ਹੋਵੇ ਤੇ ਤੂੰ ਭੋਗਾਂ ਤੇ ਆਵੇਂ। ਵੀ ਇਹ ਸੋਚ ਦੇਖ ਲਓ। ਮਗਰ ਦੂਜਾ ਜੀਤ ਮਹਿੰਦਰ, ਉਹਨੇ ਅਸੀਂ ਗਏ ਇੱਥੇ ਰੋਡ ਦੇ ਉੱਤੇ ਤੇ ਉੱਥੇ ਬਾਹਨ ਚੀਜ਼ ਅਸੀਂ ਖੜੇ ਸੀ ਜਦੋਂ ਉੱਥੇ ਆਏ, ਉਹਨੂੰ ਪਤਾ ਲੱਗਿਆ, ਉਹ ਜਾ ਕੇ ਉੱਥੇ ਟਿੰਡੇ ਲੈ ਆ ਕੇ ਫੋਟੋ ਖਿਚਾ ਕੇ ਇਹਨਾਂ ਨੂੰ ਮੂਰਖ ਬਣਾ ਰਹੇ ਆ ਸਾਡੇ ਲੋਕਾਂ ਨੂੰ। ਪਰ ਹੁਣ ਸਾਡੇ ਲੋਕਾਂ ਨੂੰ ਇੰਨੇ ਕੁ ਜਦੋਂ ਦਾ ਦਿੱਲੀ ਸੰਘਰਸ਼ ਚੱਲ ਰਿਹਾ ਪਤਾ ਲੱਗ ਗਿਆ ਵੀ ਇਹ ਸਾਨੂੰ ਮੂਰਖ ਬਣਾਉਂਦੇ ਆ। ਅਸੀਂ ਇਹਨਾਂ ਦਾ ਐਕਤੀ ਡਟ ਕੇ ਵਿਰੋਧ ਕਰਾਂਗੇ। ਪਿੰਡਾਂ 'ਚ ਅਸੀਂ ਇਹਨਾਂ ਨੂੰ ਨਹੀਂ ਵੜਨ ਦਿੱਤਾ। ਉਹ ਭਲਾਂ ਦੀ ਕਿਸੇ ਪਾਰਟੀ ਦਾ ਵੀ ਆਗੂ ਹੋਊਗਾ, ਜਿੰਨਾ ਚਿਰ ਸਾਡੇ ਕਿਸਾਨ ਭਰਾਵਾਂ ਦੇ ਦਿੱਲੀ ਬੈਠੇ ਆ ਉੱਥੇ ਕਾਲੇ ਕਾਨੂੰਨਾਂ ਦੇ ਮਸਲੇ ਹੱਲ ਨਹੀਂ ਹੁੰਦੇ, ਤੇ ਜਿੰਨਾ ਚਿਰ ਸਾਨੂੰ ਹੁਣ 60,000 ਰੁਪਿਆ ਪਰ ਏਕੜ ਮਗਰ ਤੇ 15,000 ਰੁਪਿਆ ਮਜ਼ਦੂਰ ਨੂੰ ਇੱਥੋਂ ਮਿਲਦਾ ਨਹੀਂ। ਸਾਨੂੰ ਆ ਕੇ ਸਾਡੇ ਨਾਲ ਕੋਈ ਸਰਕਾਰੀ ਅਧਿਕਾਰੀ ਸਾਡੇ ਨਾਲ ਗੱਲ ਕਰਕੇ ਜਾਵੇ, ਅਸੀਂ ਫੇਰ ਇੱਥੋਂ ਧਰਨਾ ਚੱਕਾਂ। ਇਹ ਭਲਾਂ ਦੀ ਮੀਂਹ ਆਵੇ। ਜਿਸ ਤਰੀਕੇ ਦੇ ਨਾਲ ਅੱਜ ਧਰਨਾ ਲਾਇਆ ਹਨਾ, ਤੁਸੀਂ ਆਰਗੇਨਾਈਜ਼ ਕੀਤਾ, ਸਾਰਾ ਕੁਝ ਦੇਖਿਆ, ਕੀ ਲੱਗਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਉਣ ਦੀ ਆਸ ਹੈਗੀ ਆ ਜਾਂ ਹੁਣ ਤੱਕ ਕਿਸੇ ਦੀ ਫੋਨ ਕਾਲ ਆਈ ਹੋਵੇ? ਕਿਉਂਕਿ ਅਸੀਂ ਵੀ ਦੇਖ ਰਹੇ ਹਾਂ ਹਜੇ ਤੱਕ ਆਇਆ ਤਾਂ ਕੋਈ ਵੀ ਨਹੀਂਗਾ। ਕੋਈ ਗੱਲਬਾਤ ਹੋਈ ਹੈ, ਕੋਈ ਫੋਨ ਕਾਲ ਆਈ ਕਿਸੇ ਦੀ? ਅਸਲ 'ਚ ਬਈ ਉਹ ਸਾਡੇ ਆਗੂਆਂ ਨੂੰ ਪਤਾ, ਜਿਨ੍ਹਾਂ ਨੇ ਮੋਰਚਾ ਸਾਹਮਣੇ। ਅਸੀਂ ਤਾਂ ਬਈ ਉਹਨਾਂ 'ਚ ਹੈ ਨਹੀਂ, ਲੀਡਰੀ ਲੈਣ ਵਾਲੇ 'ਚ ਤਾਂ ਹੈ ਨਹੀਂ, ਚੌਧਰ ਵਾਲਿਆਂ 'ਚੋਂ। ਅਸੀਂ ਤਾਂ ਲੋਕਾਂ ਦੀ ਇੱਕ ਆਵਾਜ਼ ਚੱਕਣੀ ਸੀ, ਚੱਕਤੀ, ਲੋਕਾਂ ਨੂੰ ਇਕੱਠੇ ਕਰਨਾ ਸੀ, ਕਰਤੇ। ਹੁਣ ਵੀ ਅੱਗੇ ਵਾਸਤੇ ਜਿੰਨੇ ਜੋਗੇ ਕਰਦੇ ਰਵਾਂਗੇ। ਜਿਹੜਾ ਕਮਾਂਡ ਆ ਸਾਡੇ ਅਗਲੇ ਬੰਦਿਆਂ ਨੂੰ, ਜਿਹੜੇ ਕੋਈ ਜ਼ਿਆਦਾ ਸਿਆਣੇ, ਉਹਨਾਂ ਨੂੰ ਅਸੀਂ ਸੰਭਾਲ ਚੁੱਕੇ ਆ, ਉਹਨਾਂ ਨਾਲ ਗੱਲ ਹੋਈ ਹੋਣੀ ਹੈ। ਜੋ ਵੀ ਹੋਣ ਅਸੀਂ ਉਹਨਾਂ ਦੇ ਨਾਲ ਆ, ਖੜੇ ਆ। ਹਾਂ, ਜਥੇਬੰਦੀਆਂ ਨਾਲ ਗੱਲਬਾਤ ਹੋਈ? ਜਥੇਬੰਦੀਆਂ ਆ ਰਹੀਆਂ ਸਾਰੀਆਂ? ਨਹੀਂ ਵੀਰੇ, ਅਸੀਂ ਕਿਸੇ ਜਥੇਬੰਦੀ ਨੂੰ ਪਰਸਨਲੀ ਤੌਰ ਤੇ ਕਿਸੇ ਨਾਲ ਕੋਈ ਸੰਪਰਕ ਨਹੀਂ ਕਰਿਆ। ਅਸੀਂ ਆਮ ਲੋਕਾਂ 'ਚ, ਜਿਵੇਂ ਆ ਬੰਦੇ ਖੜੇ ਇਹਨਾਂ 'ਚ ਗਏ ਆ ਤੇ ਆਮ ਲੋਕਾਂ ਨਾਲ ਗੱਲ ਕਰੀ। ਉਹਦੇ 'ਚ ਸੱਦਾ ਸਭ ਨੂੰ ਖੁੱਲਾ, ਚਾਹੇ ਕੋਈ ਜਥੇਬੰਦੀ ਨਾਲ ਰਿਲੇਟਡ ਆ, ਚਾਹੇ ਕੋਈ ਵੀ ਆ। ਆਮ ਲੋਕ ਆਪ ਮਾਰੇ ਉੱਠ ਕੇ ਆਏ ਆ ਬਾਈ, ਕੋਈ ਜਥੇਬੰਦਕ ਢਾਂਚਾ ਨਹੀਂ। ਜੇ ਅੱਜ ਨਹੀਂ ਭਰੋਸਾ ਮਿਲਦਾ, ਜੇ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਉਂਦਾ, ਫਿਰ ਅਗਲਾ ਪ੍ਰੋਗਰਾਮ ਕੀ, ਅਗਲੀ ਰਣਨੀਤੀ ਕੀ? ਬਠਿੰਡੇ ਬਾਈ ਮੁੱਖ ਖੇਤੀਬਾੜੀ ਦਫ਼ਤਰ ਘੇਰਾਂਗੇ। ਬਾਕੀ ਜਿਵੇਂ ਅਸੀਂ ਰਾਇ ਕਰਾਂ, ਕੋਈ ਹਾਈਵੇ ਘੇਰਨਾ ਬਾਈ, ਮਾਮਜਾ ਲੈ ਕੇ ਹਟਾਂਗੇ, ਜੋ ਸਾਨੂੰ ਮਰਜ਼ੀ ਕਰਨਾ ਪਵੇ। ਇਹ ਤਾਂ ਹੈ ਨਹੀਂਗਾ। ਨਹੀਂ ਬਾਈ, ਮਾਰੇ ਗਏ ਇਹਨਾਂ ਦੇ ਪੱਲੇ ਕੀ ਹੈ? ਨੂਣ ਮਿਰਚ ਕਿੱਥੋਂ ਲਿਆਉਣਗੇ? ਚਾਹ ਗੁੜ ਕਿੱਥੋਂ ਲਿਆਉਣਗੇ ਬਾਈ? ਕਿੱਥੋਂ? ਉਹ ਕਹਿੰਦੇ ਅਸੀਂ ਆਪਦੀਆਂ ਜਿਹੜੀਆਂ ਸਪਰੇਅ ਵਾਲੀਆਂ ਢੋਲੀਆਂ ਸਿੱਟ ਕੇ ਨਾ ਸਾਨੂੰ ਡਾਂਗਾਂ ਚੱਕਣ ਤੱਕ ਮਜਬੂਰ ਆ। ਅਸੀਂ ਹੌਸਲੇ ਨਾਲ ਆਪਦੀ ਇਹ ਮੁਆਵਜ਼ੇ ਲਵਾਂਗੇ। ਲੜ ਕੇ ਲੱਗੇ ਸਰਕਾਰ ਨਾਲ ਕਿਵੇਂ ਕਰਗੇ, ਅਸੀਂ ਸੜਕਾਂ ਤੇ ਬਹਿ ਕੇ ਲੱਗੇ। ਜਿੰਨਾ ਚਿਰ ਸਾਨੂੰ ਪਰ ਏਕੜ 60,000 ਰੁਪਏ ਕਿੱਲੇ ਦਾ ਤੇ ਮਜ਼ਦੂਰ ਨੂੰ 15,000 ਨਹੀਂ ਮਿਲਦਾ, ਅਸੀਂ ਆਹੀ ਜੰਗ ਜਾਰੀ ਰੱਖਾਂਗੇ। ਬਈ ਆਹ ਬੰਦਾ 4 ਸਪੇਰੋਂ ਘਿਰਿਆ ਹੋਇਆ, ਇਹਨੇ ਭੈਣ ਦਾ ਵਿਆਹ ਵੀ ਕਰਨਾ, ਇਹਦੇ ਸਿਰ ਵੀ ਕਰਜ਼ਾ, ਇਹਨੇ ਆਪਦਾ ਵੀ ਵਿਆਹ ਕਰਾਉਣਾ ਹੈ, ਇਹਨੇ ਹੋਰ ਵੀ ਘਰਾਂ ਦੇ ਕੰਮ ਹੁੰਦੇ। ਇਹ ਬੰਦਾ ਕੋਈ ਰੱਬ ਨਾ ਕਰੇ 19-21 ਕਦਮ ਚੱਕ ਗਿਆ। ਬਈ ਜ਼ਿੰਮੇਵਾਰ ਕੌਣ ਹੈ? ਅਸੀਂ ਅੱਜ 5ਵੇਂ ਦਿਨ 'ਚ ਪਿੱਟੀ ਜਾਂਦੇ ਆ, ਸਾਡੀ ਅੱਜ ਤੱਕ ਕਿਸੇ ਨੇ ਗੱਲ ਨਹੀਂ ਸੁਣੀ। ਇਹ ਬੰਦਾ ਕੋਈ ਰੱਬ ਨਾ ਕਰੇ 19-21 ਕਰਦਾ, ਵੀ ਕੌਣ ਜ਼ਿੰਮੇਵਾਰ ਆ ਬਾਈ? ਇਹ ਉਸ ਦਿਨ ਰੋਈ ਜਾਂਦਾ ਸੀ, ਅਸੀਂ ਭਰੋਸਾ ਦਿਵਾਇਆ ਇਹਨੂੰ। ਅਸੀਂ ਜਦੋਂ ਇਹ ਰੋਇਆ ਉੱਥੇ, ਉਦੋਂ ਬਾਅਦ ਵੀ ਇਹਦਾ ਮੰਨ ਲਓ ਗੱਡੀ 'ਚ ਬਹਿ ਕੇ ਖੜੇ ਰਹੇ। ਅਸੀਂ ਇਹਨੂੰ ਭਰੋਸਾ ਦਿਵਾਇਆ ਵੀ ਅਸੀਂ ਤੇਰੇ ਨਾਲ ਆ, ਕਿਸੇ ਗੱਲ ਦੀ ਪਰਵਾਹ ਨਾ ਕਰ, ਤੇਰੀ ਭੈਣ ਸਾਡੀ ਭੈਣ, ਅਸੀਂ ਕਿਵੇਂ ਵੀ ਤੇਰੇ ਨਾਲ ਆ, ਕਿਸੇ ਗੱਲ ਤੋਂ ਹੌਸਲਾ ਨਾ ਸਿੱਟ, ਜਿਵੇਂ ਵੀ ਹੋਇਆ ਅਸੀਂ। ਕੀ ਬਈ ਇਹ ਸਾਡੀ ਜ਼ਿੰਮੇਵਾਰੀ ਹੈ ਯਾਰ, ਇਹ ਕੰਮ ਸਰਕਾਰਾਂ ਦੇ ਨਹੀਂ। ਫੌਰਨ ਦੇ ਵਿੱਚ ਵੀ ਸਰਕਾਰਾਂ ਨੇ ਹਰ ਬੰਦੇ ਨਾਲ, ਕੋਈ ਅਮੀਰ ਆ ਗਰੀਬ ਆ, ਨਾਲ ਖੜਦੀਆਂ ਮੋਢੇ ਨਾਲ ਮੋਢਾ ਲਾ ਕੇ, ਕਿ ਇਹ ਕੰਮ ਅਸੀਂ ਬਾਈ, ਮੇਰਾ ਪਿੰਡ ਰਾਮਣਵਾਸ ਆ ਹਨਾ, ਮੈਂ ਜੱਜ ਲਾ ਕੇ ਇਹ ਬੰਦੇ ਦਾ ਦੁੱਖ ਦਰਦ ਸੁਣਦਾ ਫਿਰਦਾ ਹਨਾ, ਇਨਸਾਨੀਅਤ ਤੌਰ ਤੇ। ਤਾਂ ਜੇ ਇਹਦੀ ਫਸਲ ਮਰੀ ਹੈ, ਕੋਈ ਤਾਂ ਇਹ ਉਹ ਨਹੀਂ ਹੈਗਾ ਤਰਸ ਉਹ ਹਨਾ। ਤੇ ਇਹ ਕੰਮ ਸਰਕਾਰਾਂ ਦਾ ਬਈ, ਇਹਨੂੰ ਮਾਮਜੇ ਤੇ ਇਹਦੀ ਗੱਲ ਸੁਣੇ। ਹੁਣ ਬਈ ਹਰਿਆਣਾ ਸਾਡੇ ਨਾਲ ਥੋੜੇ ਕਿਲੋਮੀਟਰ ਤੇ ਗਵਾਂਢੀ ਸੂਬਾ, ਉੱਥੇ ਬਈ ਫਸਲਾਂ ਦੇ ਬੀਮਾ ਹੁੰਦਾ ਫਸਲ ਦਾ। ਇੱਥੇ ਕਿਉਂ ਨਹੀਂ ਹੁੰਦਾ ਬਈ? ਅਸੀਂ ਕੋਈ ਗੱਡੀ ਲੱਖ ਦੀ ਲੈਣੀ ਹੈ, 10 ਲੱਖ ਦੀ ਲੈਣੀ ਹੈ ਬਈ, ਬੀਮੇ ਤੋਂ ਬਿਨਾ ਸਾਡੇ ਸ਼ੋਰੂਮ ਤੋਂ ਬਾਹਰ ਕੱਢਣ ਦਾ ਹੁਕਮ ਨਹੀਂ। ਹਰ ਚੀਜ਼ ਤੇ ਬੀਮਾ, ਪ੍ਰਾਈਵੇਟ ਧਨਾਟ ਲੋਕਾਂ ਨੇ ਜਿਹੜੇ ਕਾਰਪੋਰੇਟ ਘਰਾਣੇ ਚੀਜ਼ਾਂ, ਹਰ ਤੇ ਬੀਮਾ। ਜ਼ਿਮੀਦਾਰ ਦੀ ਬਈ ਕੋਈ ਪੁੱਛ ਦੱਸ ਨਹੀਂ, ਕੁਛ ਨਹੀਂ। ਕੰਪਨੀਆਂ ਵਾਲੇ ਲੁੱਟੀ ਜਾਂਦੇ ਬਈ, ਥਾਂ ਥਾਂ ਤੇ ਜਾਲੀ ਸਪਰੇਹਾਂ ਬਣੀ ਜਾਂਦੀਆਂ, ਜਾਲੀ ਸੀਡ ਬਣੀ ਜਾਂਦੇ ਆ, ਕੋਈ ਪੁੱਛ ਦੱਸ ਨਹੀਂ। ਆਹ ਟੋਹਾਣਾ ਉੱਥੇ ਬਾਗ ਜੇ ਤੁਹਾਨੂੰ ਅੱਧ ਮੁੱਲ ਤੇ ਅੱਧ ਤੋਂ ਵੀ ਘੱਟ ਸਪਰੇਅ ਮਿਲ ਜੂ ਬਈ, ਕੀ ਉਹਦਾ ਕੋਈ ਰਾਜਾ ਬਾਬੂ ਹੈ ਨਹੀਂ ਬਈ? ਕੀ ਉਹਦਾ ਪਤਾ ਨਹੀਂ ਲੱਗਦਾ ਗਵਰਨਮੈਂਟ ਨੂੰ ਬਈ? ਕੀ ਲੱਗਦਾ ਬਈ, ਆਸ ਬਾਕੀ ਬਚਦੀ ਆ ਜਦੋਂ ਇੰਨੇ ਲੋਕ ਸੜਕਾਂ ਤੇ ਆ ਗਏ? ਲੱਗਦਾ ਸਰਕਾਰ ਸੁਣੂਗੀ ਗੱਲ? ਸੀਐਮ ਕਹਿ ਰਹੇ ਆ ਕਿ ਮੈਂ ਰਿਸ਼ਕਾ ਚਲਾਉਣ ਵਾਲੇ ਦਾ ਨੁਮਾਇੰਦਾ, ਮੈਂ ਧਨਾੜ ਲੋਕਾਂ ਦਾ ਨੁਮਾਇੰਦਾ ਨਹੀਂ ਆ। ਲੱਗਦਾ ਆਉਣਗੇ ਇੱਥੇ? ਪ੍ਰੂਵ ਕਰਨ। ਦੇਖੋ ਜੀ, ਹੁਣ ਸੀਐਮ ਸਾਹਿਬ ਪ੍ਰੂਵ ਕਰਨ ਵੀ ਬਾਕੀ ਰਿਕਸ਼ੇ ਵਾਲਿਆਂ ਦੇ ਤੁਸੀਂ ਪੁੱਤ ਧੀ ਹੋ। ਜੇ ਤੁਸੀਂ ਆਮ ਘਰਾਂ ਦੇ
ਧੀ ਪੁੱਤ ਦੀ ਜਿਨ੍ਹਾਂ ਦਾ ਨੁਕਸਾਨ ਉਹਨਾਂ ਦੀ ਬਾਹ ਫੜਦੇ ਹੋ। ਤੁਹਾਡੇ ਭਾਈਵਾਲ ਸਾਂਝਾਂ ਵਾਲੇ ਬੰਦੇ ਜਿਹੜੇ ਹਰ ਸਾਲ ਨਰਮਾ ਚੁੱਕਦੇ ਆਪਦੇ ਨਹੁੰ ਬਣਾਉਂਦੇ ਆ ਤੇ ਤੁਹਾਡੀਆਂ ਮਾਵਾਂ ਭੈਣਾਂ ਤੁਸੀਂ ਜੇ ਆਪਦੇ ਮੰਨਦੇ ਹੋ, ਤੁਸੀਂ ਆਪਦੇ ਆਪ ਨੂੰ ਧਰਤੀ ਨਾਲ ਜੁੜਿਆ ਹੋਇਆ ਮੰਨਦੇ ਹੋ ਤਾਂ ਇੱਥੇ ਪ੍ਰੂਵ ਕਰੋ। ਆਓ ਤਲਵੰਡੀ ਸਾਹਿਬ ਮੱਥਾ ਟੇਕੋ। ਜੇ ਹੁਣ ਦੇਖੋ ਜੀ, ਹੁਣ ਇੱਥੇ ਸੀਐਮ ਸਾਹਿਬ ਆਉਣਗੇ ਮੰਨ ਲਓ ਜੀ, ਹਨਾ ਨਵੇਂ ਬਣੇ ਚੰਨੀ ਸਾਹਿਬ ਆ, ਹੁਣ ਸਾਡਾ ਦੁੱਖ ਸੁਣਨਗੇ, ਸਾਨੂੰ ਕੋਈ ਮੁਆਵਜ਼ਾ ਦੇਣਗੇ, ਅਸੀਂ ਵੀ ਕਿਉਂ ਨਾ ਉਹਨਾਂ ਦਾ ਦੁੱਖ ਸੁਣਾਂਗੇ। ਕੋਈ ਮਤਲਬ ਵੋਟਾਂ ਵੀ ਪਾਵਾਂ, ਸਾਰਾ ਕੁਝ ਕਰਾਂਗੇ, ਪਰ ਹੁਣ ਜਦੋਂ ਕੋਈ ਸਾਡਾ ਹੱਲ ਹੀ ਨਹੀਂ ਕਰਦਾ। ਹੁਣ ਪਹਿਲਾਂ ਕੈਪਟਨ ਸੀਗੇ, ਉਹਨਾਂ ਨੇ ਹੁਣ ਬਸ ਕੁਰਸੀ ਛੱਡਤੀ, ਹੁਣ 3 ਮਹੀਨੇ ਰਹਿ ਗਏ, ਹੁਣ ਬਸ ਇਧਰ ਇਹਨਾਂ ਨੇ ਤਾਂ ਜੀ ਜਿਵੇਂ ਆਪਾਂ ਪਹਿਲਾਂ ਖੇਡਦੇ ਹੁੰਦੇ ਸੀਗੇ, ਪਰ ਇਹਨਾਂ ਨੇ ਖੇਡ ਵਾਲਾ ਕੰਮ ਕਰ ਲਿਆ ਜੀ। ਉਹ ਪ੍ਰਾਹੁਣਾ 4.5 ਪੌਣੇ 5 ਸਾਲ ਅੰਦਰੋਂ ਹੀ ਨਹੀਂ ਨਿਕਲਿਆ, ਸੀਤਾਫਲ ਚੀਕੂਫਲ ਹੀ ਕਰੀ ਗਿਆ। ਤੇ ਕੀ ਲੋਕਾਂ ਨੇ ਉਹਨੂੰ ਇਹ ਕੰਮ ਵਾਸਤੇ ਬਣਾਇਆ ਸੀ ਬਾਈ? ਲੋਕਾਂ ਨੇ ਉਹਨੂੰ ਇੱਕ ਪੰਜਾਬ ਨੂੰ ਚਲਾਉਣ ਵਾਸਤੇ ਬਣਾਇਆ ਸੀ। ਸਾਡੇ ਜਵਾਬ ਦੇ ਸਾਡੇ ਪਬਲਿਕ ਸਰਵੈਂਟ ਆ ਯਾਰ ਇਹ, ਅਸੀਂ ਟੈਕਸਾਂ ਦੇ ਰੂਪ ਚ ਪੈਸਾ ਦਿੰਨੇ ਆ, ਜਿਹਦੇ ਨਾਲ ਇਹ ਉੱਡਣ ਖੜੋਲਿਆਂ ਦੇ ਝੂਟੇ ਲੈਂਦੇ ਆ। ਲਈ ਜਾਣ ਝੂਟੇ ਯਾਰ, ਸਾਨੂੰ ਆਮ ਲੋਕਾਂ ਨੂੰ ਤਾਂ ਫੈਸਿਲਿਟੀਆਂ ਮਿਲਣ, ਜਿੰਨੀ ਕਿ ਲੋੜ ਮੁੱਢਲੀਆਂ ਲੋੜਾਂ ਦਾ ਪੂਰੀਆਂ ਕਰਨ, ਲੋਕਾਂ ਦੀਆਂ ਸਿਹਤ ਸਹੂਲਤਾਂ, ਐਜੂਕੇਸ਼ਨ ਸਹੂਲਤਾਂ। ਆ ਜ਼ਿਮੀਂਦਾਰ ਪੰਜਾਬ ਖੇਤੀ ਪ੍ਰਧਾਨ ਸੂਬਾ, ਜਿੱਥੇ ਜ਼ਿਮੀਂਦਾਰ ਦੀ ਨਹੀਂ ਸੁਣੀ ਜਾਊਗੀ ਫਿਰ ਇੱਥੇ ਹੋਰ ਕਿਹਦੀ ਸੁਣੀ ਜਾਊਗੀ? ਇੱਕ ਬਾਈ ਸਿਮਰੇ ਤੁਹਾਡੇ ਨਹੀਂ, ਅਸੀਂ ਸਾਡੇ ਪੱਤਰਕਾਰ ਭਾਈਚਾਰਕ ਜਿਹੜੇ ਸਾਰੇ ਤਾਂ ਨਹੀਂ ਹੁੰਦੇ, ਵਿੱਚ ਸਾਡੇ ਇੱਥੇ ਹੈਗੇ ਆ। ਜਿਵੇਂ ਹੁਣ ਮੰਨ ਲਓ ਕੋਈ ਲਾ ਲਓ, ਅਕਾਲੀ ਦਲ ਲਾ ਲਓ, ਕਾਂਗਰਸ ਲਾ ਲਓ, ਆਮ ਵਾਲੇ ਲਾ ਲਓ, ਇਹਨਾਂ ਦੇ ਪੱਤਰਕਾਰ ਕਿਸੇ ਇਹੋ ਜਿਹੇ ਭਰਾ ਦੀ ਆ ਕੇ ਆਵਾਜ਼ ਨਹੀਂ ਉਠਾਉਂਦੇ, ਨਾ ਇਹਨਾਂ ਦੇ ਹੱਕਾਂ 'ਚ ਨਹੀਂ ਖੜਦੇ। ਪਤਾ ਨਹੀਂ ਤਾਂ ਉਹਨਾਂ ਤੋਂ ਕੀ ਸਪਲੀਮੈਂਟ ਜਾਂ ਕਿਵੇਂ ਉਹਨਾਂ ਦੇ ਗਾਣੇ ਹੁੰਦੇ ਆ, ਕੋਈ ਅਕਾਲੀ ਦਲ ਨਾਲ ਮੇਨ ਹੋਇਆ ਪਿਆ, ਕੋਈ ਕਾਂਗਰਸ ਦਾ ਮੇਨ ਹੋਇਆ ਪਿਆ। ਇਹ ਤਾਂ ਸਾਨੂੰ ਅਸੀਂ ਆਪਦੇ ਮੋਬਾਈਲ 'ਚ ਆ ਕੇ ਪਿੰਡਾਂ 'ਚ ਗਏ, ਤਾਂ ਕਰਕੇ ਅਸੀਂ ਇੱਥੇ ਅੱਜ ਜੋ ਇਕੱਠ ਹੋਇਆ ਉਸ ਕਰਕੇ ਹੋਇਆ। ਇਹ ਮੈਂ ਪੱਤਰਕਾਰ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਹੋ ਜਿਹੀਆਂ ਛੋਟੀ ਸੋਚ ਨਜ਼ਰ ਰੱਖ ਕੇ ਕਰੋ, ਗਰੀਬ ਲੋਕਾਂ ਦੀ ਆਵਾਜ਼ ਚੱਕਿਆ ਕਰੋ। ਕੀ ਮੰਗ ਕੀ ਕਰਦੇ ਹੋ ਬਾਈ ਹੁਣ ਤੁਸੀਂ, ਜੇ ਗੱਲ ਕਰੀਏ ਆਪਾਂ ਸਰਕਾਰ ਤੋਂ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ, ਕਿਉਂਕਿ ਖੇਤੀਬਾੜੀ ਅਫਸਰ ਵੀ ਹੈਗੇ, ਉਹ ਵੀ ਸੁਜੈਸਟ ਕਰਦੇ ਰਹੇ ਆਹ ਬੀਜ ਵਰਤੋ, ਆਹ ਸਪਰੇਅ ਕਰੋ, ਉਹਨਾਂ ਨੂੰ ਕੀ ਕਹੋਗੇ? ਕਿਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਇਸ ਗੱਲ ਦੀ? ਜ਼ਿੰਮੇਵਾਰੀ ਤਾਂ ਕੋਈ ਸਾਰਿਆਂ ਦੀ ਬਣਦੀ ਹੈ ਜੀ। ਪਹਿਲਾਂ ਹੁਣ ਸਾਡੇ ਮੰਨ ਲਓ ਆਹ ਸਾਰੇ ਹੀ ਖੜੇ ਆ ਵੀਰ ਜੀ ਕਿਸਾਨ, ਪਹਿਲਾਂ ਅਸੀਂ 1000 ਕਿਲੋਮੀਟਰ ਗੁਜਰਾਤ ਚੋਂ ਬੀਜ ਲਿਆਉਂਦੇ ਰਹੇ, ਬੀਟੀ ਕਾਟਨ ਕਦੇ ਮਾਣ ਕੇ ਕੋਈ ਸਾਰੇ ਜਿੰਨੇ ਚੱਲੇ ਸੀ, ਉਹ ਵਧਗਾ ਹੁੰਦਾ ਰਿਹਾ। ਜਦੋਂ ਉਹ ਤੇ ਮਾਰ ਪੈਣ ਲੱਗੀ, ਸਾਨੂੰ ਇੱਥੇ ਮੰਨ ਲਓ ਬੀਜ ਤਿਆਰ ਕਰਤੇ। ਹੁਣ ਸਾਰੇ ਹੁਣ ਸਾਨੂੰ 73 ਜਿਹੜਾ ਬੀਜ ਹੈਗਾ, ਅਸੀਂ ਕਈ ਸਾਲਾਂ ਤੋਂ ਬੀਜ ਤਿਆਰ ਆ, ਸਾਨੂੰ ਪੂਰਾ ਯਕੀਨ ਸੀਗਾ, ਕਿਸੇ ਨੇ ਕੋਈ ਟਿੰਡਾ ਭੰਨ ਕੇ ਨਹੀਂ ਦੇਖਿਆ ਸੀ, ਕਿਉਂਕਿ ਵਧਗਾ ਹੁੰਦੀ ਸੀ ਫਸਲ। ਪਰ ਹੁਣ ਤੁਸੀਂ ਦੇਖ ਲਓ, ਹੁਣ ਆਹ ਸਾਫ਼ ਟਿੰਡਾ ਲੈ, ਆਹ ਦੇਖ ਲਓ, ਇਹ ਲਾ ਉੱਪਰੋਂ ਬਿਲਕੁਲ ਸਾਫ਼ ਆ, ਅੰਦਰ ਕੋਈ ਮੋਰੀ ਟਿੰਡਿਆਂ 'ਚ ਵਿੱਚੋਂ ਹੀ ਪੈਦਾ ਸੁੰਡੀ ਹੁੰਦੀ ਹੈ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀਗਾ ਤੇ ਮੌਕੇ ਤੇ। ਐਂਡ ਤੇ ਮੈਂ ਗੱਲ ਇਹੀ ਕਰੂੰਗਾ, ਜਿਹੇ ਜੀ ਚੰਗੇ ਲੋਕ ਪੰਜਾਬ ਦੇ ਨੌਜਵਾਨ ਦੀ ਕਲਪਨਾ ਕਰਦੇ ਆ ਹਨਾ, ਵੀ ਪੰਜਾਬ ਦਾ ਨੌਜਵਾਨ ਐਦਾਂ ਹੋਣਾ ਚਾਹੀਦਾ, ਪੰਜਾਬ ਦਾ ਨੌਜਵਾਨ ਮਿਹਨਤਕਸ਼ ਹੋਣਾ ਚਾਹੀਦਾ, ਨਸ਼ੇ ਤੋਂ ਦੂਰ ਹੋਣਾ ਚਾਹੀਦਾ। ਆਹ ਰੋਲ ਮਾਡਲ ਆ ਮੁੰਡਾ, ਠੀਕ ਆ, ਮਿਹਨਤ ਕਰਦਾ, ਠੀਕ ਆ। ਏਮ ਸੀ ਇਹਦਾ ਵੀ ਮੈਂ ਆਪਦੀ ਭੈਣ ਦਾ ਵਧੀਆ ਵਿਆਹ ਕਰਾਂ, ਮੈਂ ਠੇਕੇ ਤੇ ਬਾਂਹ ਲਵਾਂ ਹਨਾ, ਆਪਦੀ ਕਮਾਈ ਕਰਾਂ, ਕੋਈ ਠੱਗੀ ਚੋਰੀ ਤਾਂ ਨਹੀਂ ਸੀ ਕਰ ਰਿਹਾ। ਕੋਈ ਇਹ ਜਿਹੜੇ ਮੈਂ ਰੌਲਾ ਪਾ ਰਿਹਾ ਚਿੱਟੇ ਵਾਲੇ ਹੋ ਗਏ, ਨੌਜਵਾਨ ਨਸ਼ੇੜੀ ਹੋ ਗਏ, ਕੋਈ ਇਹ ਨਸ਼ੇੜੀ ਤਾਂ ਨਹੀਂਗਾ। ਜੇ ਇਹੋ ਜਿਹੇ ਬੰਦੇ ਦੀ ਸੁਣਵਾਈ ਨਹੀਂ ਹੁੰਦੀ, ਫਿਰ ਭਾਈ ਫਿਰ ਲੋਕ ਗਲਤ ਰਾਹ ਹੀ ਪੈਣਗੇ ਬਾਈ, ਨੌਜਵਾਨ ਗੈਂਗਸਟਰ ਹੀ ਬਣਨਗੇ, ਨੌਜਵਾਨ ਨਸ਼ੇ ਹੀ ਕਰਨਗੇ, ਨੌਜਵਾਨ ਚਿੱਟਾ ਹੀ ਵੇਚਣਗੇ ਬਾਈ, ਜੇ ਤੁਸੀਂ ਇਹੋ ਜਿਹੇ ਮਿਹਨਤਕਸ਼ ਬੰਦੇ ਦੀ ਨਹੀਂ ਗੱਲ ਸੁਣਦੇ ਬਾਈ। ਤਾਂ ਵੱਡੇ ਸਵਾਲ ਖੜੇ ਕੀਤੇ ਇਹਨਾਂ ਨੌਜਵਾਨਾਂ ਨੇ ਸਰਕਾਰਾਂ ਦੇ ਉੱਤੇ। ਜੇ ਸਰਕਾਰਾਂ ਇਹਨਾਂ ਨੌਜਵਾਨਾਂ ਦੀ ਗੱਲ ਨਹੀਂ ਸੁਣਨਗੀਆਂ, ਜਿਹੜੇ ਵਾਕਈ ਮਿਹਨਤੀ ਆ, ਨਸ਼ਿਆਂ ਤੋਂ ਦੂਰ ਆ, ਤਾਂ ਫਿਰ ਨੌਜਵਾਨ ਗੈਂਗਸਟਰ ਹੀ ਬਣਨਗੇ। ਨੌਜਵਾਨ ਉਹਨਾਂ ਰਾਹਾਂ ਤੇ ਹੀ ਜਾਣਗੇ ਜਿਨ੍ਹਾਂ ਤੋਂ ਉਹਨਾਂ ਨੂੰ ਵਰਜਿਆ ਜਾਂਦਾ ਹੈ। ਪਰ ਸਵਾਲ ਇਹ ਖੜੇ ਹੁੰਦੇ ਆ, ਉਹਨਾਂ ਨੂੰ ਇਹਨਾਂ ਰਾਹਾਂ ਤੇ ਤੋਰ ਕੌਣ ਰਿਹਾ? ਅਕਸਰ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਆ। ਸਰਕਾਰਾਂ ਸਾਰ ਕਿਉਂ ਨਹੀਂ ਲੈਂਦੀਆਂ? ਅਜਿਹਾ ਆਖਿਆ ਜਾ ਰਿਹਾ ਇਹਨਾਂ ਦੇ ਵੱਲੋਂ ਕਿ ਸੀਐਮ ਸਾਹਿਬ ਆਓ, ਇੱਥੇ ਵੀ ਨਿਗਾਹ ਮਾਰੋ, ਦਿੱਲੀ ਜਾ ਰਹੇ ਹੋ, ਅੰਮ੍ਰਿਤਸਰ ਗਏ ਹੋ, ਹੋਰ ਵਿਧਾਇਕਾਂ ਨੂੰ ਮਿਲ ਰਹੇ ਹੋ ਆਪਣੇ, ਪਰ ਇਹਨਾਂ ਲੋਕਾਂ ਨੂੰ ਵੀ ਮਿਲੋ ਜਿਨ੍ਹਾਂ ਦੇ ਤੁਸੀਂ ਨੁਮਾਇੰਦੇ ਹੋ। ਤੁਸੀਂ ਖੁਦ ਕਿਹਾ ਕਿ ਮੈਂ ਇਹਨਾਂ ਕਿਸਾਨਾਂ ਦਾ ਨੁਮਾਇੰਦਾ, ਤੇ ਇਹ ਕਹਿ ਰਹੇ ਆ ਕਿ ਸੀਐਮ ਸਾਹਿਬ, ਦਮਦਮਾ ਸਾਹਿਬ ਆਓ, ਸਾਡੀ ਵੀ ਆਵਾਜ਼ ਸੁਣੋ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਤਲਵੰਡੀ ਸਾਬੋ, ਬਠਿੰਡਾ।